आइए वचन च चलते हैं, क्योंकि परमेश्वर के वचन च लिखा है कि जो भी तुसी मेरी इबादत करते हैं, मेरे नाम नू पुकारते हैं, मैं उस जगह ते आ जाना है। ਉਹਦਾ ਵਾਅਦਾ ਆ, ਸਾਨੂੰ ਉਹਦੇ ਵਾਅਦਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਚੇਤੇ ਰੱਖਣਾ ਚਾਹੀਦਾ। ਕਿਉਂਕਿ ਸਾਡਾ ਪਰਮੇਸ਼ਰ ਜਿਹੜਾ ਜ਼ਿੰਦਾ ਤੇ ਪਵਿੱਤਰ ਪਰਮੇਸ਼ਰ ਆ। ਆਈਏ ਵਚਨ 'ਚ ਚੱਲਦੇ ਆ। ਦੂਸਰੇ ਇਤਿਹਾਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ 7:14 ਦੇ ਵਿੱਚ ਲਿਖਿਆ ਹੋਇਆ ਆ कि अगर मेरी प्रजा अपने पापा तो मुड़े मन फिराए तो मैं स्वर्ग तो उन्हां वल दृष्टि करांगा तो उन्हां दे अपराधां नूं माफ कर दूंगा। हालेलुया, प्रेज द लॉर्ड। ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਹਾਂ ਜਿਹਦੀ ਦਇਆ, ਜਿਹਦੀ ਸਾਮਰਥ ਸਾਡੇ ਉੱਤੇ ਬਣੀ ਰਹਿੰਦੀ ਹੈ। ਸੋ ਆਈਏ ਵਚਨ ਵਿੱਚ ਚੱਲਦੇ ਹਾਂ। ਬਾਈਬਲ ਦੇ ਵਿੱਚ ਲਿਖਿਆ ਹੋਇਆ ਆ ਪਹਿਲਾ ਇਤਿਹਾਸ, ਉਹਦੀ ਜਦੋਂ ਅਸੀਂ 16 ਚੈਪਟਰ ਨੂੰ ਦੇਖਦੇ ਹਾਂ, ਉਹਦੀ 8 ਆਇਤ ਤੋਂ ਲੈ ਕੇ 12 ਆਇਤ ਤੱਕ ਪੜ੍ਹਦੇ ਆ। ਯਹੋਵਾ ਦਾ ਧੰਨਵਾਦ ਕਰੋ, ਉਹਦਾ ਨਾਮ ਲੈ ਕੇ ਪੁਕਾਰੋ, ਉਮਤਾਂ ਵਿੱਚ ਉਹਦੇ ਕਾਰਜਾਂ ਨੂੰ ਪ੍ਰਗਟ ਕਰੋ, ਉਹਨੂੰ ਗਾਓ, ਉਸ ਲਈ ਭਜਨ ਗਾਓ, ਉਹਦਿਆਂ ਸਾਰਿਆਂ ਅਚਰਜ ਕੰਮਾਂ ਉੱਤੇ ਧਿਆਨ ਕਰੋ, ਉਹਦੇ ਪਵਿੱਤਰ ਨਾਮ ਉੱਤੇ ਫਖਰ ਕਰੋ। ਯਹੋਵਾ ਦੇ ਤਾਲਵਾਂ ਦੇ ਮਨ ਆਨੰਦ ਹੋਣ, ਯਹੋਵਾ ਤੇ ਉਹਦੀ ਸਾਮਰਥਾ ਦੀ ਪਾਲ ਕਰੋ, ਸਦਾ ਉਹਦੇ ਚਰਨਾਂ ਵਿੱਚ ਲੋਚੋ, ਉਹਦੇ ਅਚਰਜ ਕੰਮਾਂ ਨੂੰ ਜਿਹੜੇ ਉਸਨੇ ਕੀਤੇ ਹਨ ਚੇਤੇ ਰੱਖੋ, ਉਹਦੇ ਅਚੰਭਿਆਂ ਨੂੰ ਅਤੇ ਉਹਦੇ ਮੂੰਹ ਦੇ ਨਿਯਮਾਂ ਨੂੰ। ਹਾਲੇਲੂਇਆ। प्रभु वचन दे पढ़े जाने, सुने जाने ते आशीष ते बरकत देवे। ਅਸੀਂ ਦੇਖਦੇ ਹਾਂ ਕਿ ਦਾਊਦ ਬਾਦਸ਼ਾਹ ਜੋ ਹੈ ਹਮੇਸ਼ਾ ਕਹਿੰਦਾ ਕਿ ਉਸਦੇ ਵਾਅਦਿਆਂ ਨੂੰ ਯਾਦ ਰੱਖੋ, ਉਹਦੀਆਂ ਭਲਾਈਆਂ ਨੂੰ ਯਾਦ ਰੱਖੋ, ਜੋ ਉਹਨੇ ਚਰਚ ਕੰਮ ਕੀਤੇ ਆ ਉਹਨਾਂ ਉੱਤੇ ਧਿਆਨ ਲਾਵੋ, ਉਹਨਾਂ ਨੂੰ ਵਿਸਾਰੋ, ਉਹਨਾਂ ਨੂੰ ਲੋਕਾਂ ਨੂੰ ਦੱਸੋ। क्योंकि साडा परमेश्वर जिहड़ा है उन्हें अजीब ते अनोखे अचंभे काम कीते आ। ਉਹਦੇ ਵਚਨ 'ਚ ਲਿਖਿਆ ਆ 12ਵੀਂ ਆਇਤ ਵਿੱਚ ਕਿ ਉਹਦੇ ਜਿਹੜੇ ਵਾਅਦਿਆਂ ਨੂੰ ਚੇਤੇ ਰੱਖੋ, ਉਹਦੇ ਵਾਅਦਿਆਂ ਨੂੰ ਤੁਸੀਂ ਨਾ ਭੁੱਲੋ। ਕਿਉਂਕਿ ਵਚਨ ਕਹਿੰਦਾ ਆ ਜਦੋਂ ਅਸੀਂ ਉਹਦੇ ਵਾਅਦਿਆਂ ਨੂੰ ਯਾਦ ਕਰਦੇ ਆ, ਉਹਦੇ ਵਚਨਾਂ ਨੂੰ ਚੇਤੇ ਰੱਖਦੇ ਆ, ਤਾਂ ਸਾਡਾ ਪਰਮੇਸ਼ਰ ਸਾਡੇ ਤੇ ਪ੍ਰਸੰਨ ਹੁੰਦਾ ਆ। ਇਸਰਾਇਲ ਦੇ ਲੋਕ ਜਿਹੜੇ ਸੀ ਉਹ ਪਰਮੇਸ਼ਰ ਦੇ ਵਾਅਦਿਆਂ ਨੂੰ ਛੇਤੀ ਭੁੱਲ ਜਾਂਦੇ ਸੀ, ਉਹ ਪਰਮੇਸ਼ਰ ਦੇ ਵਾਅਦਿਆਂ ਨੂੰ ਯਾਦ ਨਹੀਂ ਸੀ ਰੱਖਦੇ। ਜਦੋਂ ਅਸੀਂ ਕੁਝ ਚੈਪਟਰ ਦੇ ਵਿੱਚ ਦੇਖਦੇ ਆ ਤਾਂ ਜਦੋਂ ਮਿਸਰ ਦੇ ਵਿੱਚੋਂ ਨਿਕਲ ਕੇ ਆਏ ਸੀ, ਮਿਸਰ ਦੇ ਵਿੱਚੋਂ ਗੁਲਾਮੀ ਦੇ ਵਿੱਚੋਂ ਨਿਕਲ ਕੇ ਆਏ ਸੀ, ਤਾਂ ਉਹ ਬੁੜਬੁੜਾਉਂਦੇ ਰਹਿੰਦੇ ਸੀਗੇ। ਵਚਨ ਵਿੱਚ ਲਿਖਿਆ ਹੋਇਆ ਕਿ ਉਹ ਹਮੇਸ਼ਾ ਜਦੋਂ ਉਹਨਾਂ ਤੇ ਮਾੜੀ ਜੀ ਸੰਕਟ ਆਉਂਦੀ ਸੀ, ਜਦੋਂ ਉਹਨਾਂ ਤੇ ਮਾੜੀ ਜੀ ਮੁਸ਼ਕਲ ਆਉਂਦੀ ਸੀ, ਉਹ ਬੁੜਬੁੜਾਉਣ ਲੱਗ ਪੈਂਦੇ ਸੀ। ਜਦੋਂ ਅਸੀਂ ਬੁੜਬੁੜਾਉਂਦੇ ਆ, ਜਦੋਂ ਅਸੀਂ ਬੁੜਬੁੜਾਉਂਦੇ ਆ ਤਾਂ ਸਾਡਾ ਜਿਹੜਾ ਈਮਾਨ ਆ, ਸਾਡਾ ਜਿਹੜਾ ਵਿਸ਼ਵਾਸ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਅਸੀਂ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਰੱਖਦੇ। ਉਹਨਾਂ ਨੇ ਸਭ ਕੁਝ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਪਰਮੇਸ਼ਰ ਅਜੀਬ ਤੇ ਅਨੋਖੇ ਕੰਮ ਕਰਦਾ ਆ, ਪਰ ਫਿਰ ਵੀ ਉਹ ਲੋਕ ਜਿਹੜੇ ਸੀਗੇ ਬੁੜਬੁੜਾਉਂਦੇ ਸੀ ਤੇ ਚੇਤੇ ਨਹੀਂ ਸੀ ਰੱਖਦੇ ਪਰਮੇਸ਼ਰ ਦੇ ਕੰਮਾਂ ਨੂੰ, ਉਹਦੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਕਿਉਂਕਿ ਜਦੋਂ ਅਸੀਂ ਬੁੜਬੁੜਾਉਂਦੇ ਆ ਸਾਡਾ ਈਮਾਨ ਜਿਹੜਾ ਆ ਉਹ ਡਗਮਗਾਉਣ ਲੱਗ ਪੈਂਦਾ ਆ, ਸਾਡਾ ਈਮਾਨ ਜਿਹੜਾ ਆ ਉਹ ਘਟਣ ਲੱਗ ਪੈਂਦਾ ਆ। ਸਾਡਾ ਪਹਿਲਾ ਸਟੈਪ ਜਿਹੜਾ ਆ, ਪਹਿਲਾਂ ਹੀ ਸਾਡਾ ਧਿਆਨ ਜਿਹੜਾ ਉਹ ਸਾਡੇ ਪਰਮੇਸ਼ਰ ਦੇ ਵਾਅਦਿਆਂ ਦੇ ਉੱਤੇ ਜਾਣਾ ਚਾਹੀਦਾ। ਸਾਨੂੰ ਹਮੇਸ਼ਾ ਆਪਣੇ ਪਰਮੇਸ਼ਰ ਦੇ ਉਹਨਾਂ ਵਾਅਦਿਆਂ ਨੂੰ, ਅਚਰਜ ਕੰਮਾਂ ਨੂੰ ਬਿਆਨ ਕਰਦੇ ਰਹਿਣਾ ਚਾਹੀਦਾ ਤੇ ਉਹਨਾਂ ਨੂੰ ਚੇਤੇ ਕਰਦੇ ਰਹਿਣਾ ਚਾਹੀਦਾ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਆ ਜਿਹਦੀ ਸਾਮਰਥ ਹਮੇਸ਼ਾ ਬਣੀ ਰਹਿੰਦੀ ਆ। ਅਸੀਂ ਪਿਛਲੀ ਵੀਕ ਅਸੀਂ ਸਰਮਨ ਕੀ ਕੀਤਾ, ਅਸੀਂ ਰਾਹਾਬ ਵੈਸ਼ਿਆ ਦਾ ਜੋ ਸਰਮਨ ਸੀਗਾ ਉਸ ਤੇ ਕਲਾਮ ਪੜਿਆ ਸੀ, ਉਸ ਤੇ ਗੌਰ ਕੀਤੀ ਸੀ ਕਿ ਪਰਮੇਸ਼ਰ ਨੂੰ ਜਾਣਦੀ ਵੀ ਨਹੀਂ ਸੀ, ਪਰਮੇਸ਼ਰ ਨੂੰ ਉਹ ਪਹਿਚਾਨਦੀ ਵੀ ਨਹੀਂ ਸੀ, ਪਰ ਉਹਨੇ
परमेश्वर ने जो लोग भेजे हुए सी, यहोशुआ ने जसूस भेजे सी, ਉਹਨਾਂ ਨੂੰ ਉਸਨੇ ਆਪਣੇ ਘਰ ਵਿੱਚ ਰੱਖਿਆ। ਜਦੋਂ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਿਆ ਤਾਂ ਉਹ ਕਹਿੰਦੀ ਮੈਨੂੰ ਪਤਾ ਆ, ਉਹ ਜਾਣਦੀ ਨਹੀਂ। ਇਸਰਾਇਲੀ ਲੋਕ ਜਿਹੜੇ ਸੀ ਉਹ ਪਰਮੇਸ਼ਰ ਨੂੰ ਜਾਣਦੇ ਸੀ। ਇਸਰਾਇਲੀ ਲੋਕ ਜਿਹੜੇ ਸੀਗੇ ਉਹ ਪਰਮੇਸ਼ਰ ਦੇ ਕੰਮਾਂ ਨੂੰ ਦੇਖਦੇ ਸੀ, ਪਰ ਫਿਰ ਵੀ ਉਹ ਬੁੜਬੁੜਾਉਂਦੇ ਸੀ। ਪਰ ਕੀ ਕਹਿੰਦੀ ਆ ਕਿ ਮੈਨੂੰ ਪਤਾ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਇਹ ਜਗ੍ਹਾ ਦੇ ਦਿੱਤੀ ਆ। ਉਹਨੇ ਯਾਦ ਕੀਤਾ ਹੋਇਆ, ਉਹ ਦੋ ਜਸੂਸਾਂ ਨੂੰ ਕਹਿੰਦੀ ਆ ਕਿ ਮੈਨੂੰ ਪਤਾ ਆ ਕਿ ਪਰਮੇਸ਼ਰ ਨੇ ਤੁਹਾਨੂੰ ਜੋ ਜਰੀਹੋ ਜਗ੍ਹਾ ਆ ਦੇ ਦਿੱਤੀ ਆ। ਇਸਰਾਇਲੀ ਲੋਕ ਇਸ ਗੱਲਾਂ ਤੇ ਯਕੀਨ ਨਹੀਂ ਸੀ ਕਰਦੇ। ਉਹ ਸੋਚਦੇ ਸੀ ਕਿ ਅਸੀਂ ਜਰੀਹੋ ਦੇ ਉੱਤੇ ਕਬਜ਼ਾ ਨਹੀਂ ਕਰ ਸਕਦੇ ਹੈਗੇ, ਅਸੀਂ ਜਰੀਹੋ ਉੱਤੇ ਫਤਿਹ ਨਹੀਂ ਪਾ ਸਕਦੇ। ਪਰ ਇਹ ਔਰਤ ਕੀ ਕਹਿੰਦੀ ਹੈ, ਜੋ ਪਰਮੇਸ਼ਰ ਨੂੰ ਜਾਣਦੀ ਨਹੀਂਗੀ, ਜੋ ਪਰਮੇਸ਼ਰ ਦਾ ਅਨੁਗ੍ਰਹਿ ਇਸ ਰਾਹਾਬ ਦੇ ਉੱਤੇ ਹੋ ਗਿਆ, ਕਹਿੰਦੀ ਉਹਨਾਂ ਜਸੂਸਾਂ ਨੂੰ ਕਹਿੰਦੀ ਕਿ ਮੈਂ ਜਾਣਦੀ ਹਾਂ ਕਿ ਇਹ ਪਰਮੇਸ਼ਰ ਨੇ ਤੁਹਾਨੂੰ ਜਗ੍ਹਾ ਦੇ ਦਿੱਤੀ ਹੈ, ਇਹ ਪਰਮੇਸ਼ਰ ਨੇ ਤੁਹਾਡੇ ਲਈ ਜਰੀਹੋ ਜੋ ਹੈ ਸ਼ਹਿਰ ਤੁਹਾਡੇ ਹੱਥਾਂ ਦੇ ਵਿੱਚ ਕਰ ਦਿੱਤਾ। ਪਰ ਅਸੀਂ ਦੇਖਦੇ ਹਾਂ ਇਸਰਾਇਲੀ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਇਸ ਨੇ ਉਹਦੇ ਵਾਅਦਿਆਂ ਨੂੰ ਯਾਦ ਰੱਖਿਆ ਹੋਇਆ ਆ। ਕਿਉਂ ਚੇਤੇ ਰੱਖਿਆ? ਕਹਿੰਦੀ ਆ ਕਿ ਜਦੋਂ ਤੁਸੀਂ ਜੰਗਲ ਦੇ ਵਿੱਚ ਸੀ ਤਾਂ ਪਰਮੇਸ਼ਰ ਨੇ ਤੁਹਾਡੇ ਲਈ ਲਾਲ ਸਮੁੰਦਰ ਦੇ 2 ਹਿੱਸੇ ਕਰ ਦਿੱਤੇ। ਪਰਮੇਸ਼ਰ ਨੇ ਰਾਜਿਆਂ ਦੇ ਨਾਲ ਜੋ ਤੁਸੀਂ ਜੰਗ ਕੀਤੀ ਉਹਦੇ ਤੇ ਫਤਿਹ ਦੇ ਦਿੱਤੀ। ਇਹਨੇ ਸਭ ਕੁਝ ਯਾਦ ਰੱਖਿਆ ਹੋਇਆ ਆ। ਸੋ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਆ ਕਿ ਉਹ ਜਿਹਦੇ ਜਸੂਸ 2 ਹੁੰਦੇ ਆ, ਉਹਨਾਂ ਨੂੰ ਕਹਿੰਦੀ ਕਿ ਮੇਰੇ ਉੱਤੇ ਉਹ ਕਹਿੰਦੇ ਆ ਜਦੋਂ ਉਹ ਜਰੀਹੋ ਦੇ ਉੱਤੇ ਉਹ ਦੇਖਣ ਆਉਂਦੇ ਆ, ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਮੇਰੇ ਤੇ ਦਇਆ ਕਰਨੀ ਆ। ਦਇਆ ਕੀ ਕਰਨੀ ਆ? ਜਦੋਂ ਤੁਸੀਂ ਇਸ ਸ਼ਹਿਰ ਦੇ ਉੱਤੇ, ਇਸ ਜਰੀਹੋ ਦੇ ਉੱਤੇ ਫਤਿਹ ਪਾ ਲਓਗੇ ਜੋ ਪਰਮੇਸ਼ਰ ਨੇ ਤੁਹਾਨੂੰ ਦੇ ਦਿੱਤਾ ਆ, ਤੁਸੀਂ ਮੇਰੇ ਤੇ ਦਇਆ ਕਰਨੀ, ਮੇਰੇ ਮਾਂ ਤੇ ਮੇਰੇ ਬਾਪ ਤੇ ਮੇਰੇ ਭੈਣ ਭਰਾਵਾਂ ਉੱਤੇ ਦਇਆ ਕਰਨੀ ਆ। ਪਰ ਅਸੀਂ ਦੇਖਦੇ ਆ ਕਿ ਰਾਹਾਬ ਜੋ ਹੈ ਉਹਨੇ 2 ਜਸੂਸਾਂ ਨੂੰ ਰੱਖ ਕੇ ਤੇ ਆਪਣੇ ਲਈ ਦਇਆ ਦੀ ਚਾਹਵਾਨ ਕੀਤੀ। ਕਿਉਂਕਿ ਉਹਨੇ ਵਿਸ਼ਵਾਸ, ਉਹਨੇ ਚੇਤੇ ਰੱਖਿਆ ਹੋਇਆ, ਜੋ ਉਹਨੇ ਸੁਣਿਆ ਹੋਇਆ ਉਹਨੇ ਆਪਣੇ ਦਿਮਾਗ ਦੇ ਵਿੱਚ ਬਿਠਾਇਆ ਹੋਇਆ, ਉਹਨੇ ਯਾਦ ਰੱਖਿਆ ਹੋਇਆ ਆ ਕਿ ਉਹ ਯਾਦ ਰੱਖਿਆ ਹੋਇਆ ਕਿ ਉਹਨਾਂ ਨੂੰ ਕਹਿੰਦੀ ਆ ਕਿ ਪੂਰੇ ਸੰਸਾਰ ਦੇ ਵਿੱਚ ਤੁਹਾਡੇ ਪਰਮੇਸ਼ਰ ਵਰਗਾ ਕੋਈ ਨਹੀਂਗਾ। ਪੂਰੇ ਸੰਸਾਰ ਦੇ ਵਿੱਚ ਤੁਹਾਡੇ ਪਰਮੇਸ਼ਰ ਜੈਸਾ ਸੱਚਾ ਕੋਈ ਵੀ ਨਹੀਂਗਾ। ਉਸਨੇ ਯਾਦ ਰੱਖਿਆ ਹੋਇਆ। ਵਚਨ 'ਚ ਅਸੀਂ ਕੀ ਪੜ੍ਹਿਆ ਆ ਕਿ ਦਾਊਦ ਕਹਿੰਦਾ ਉਹਦੇ ਚਰਚ ਕੰਮਾਂ ਨੂੰ ਵਿਸਾਰੋ, ਉਹਦੀਆਂ ਭਲਾਈਆਂ ਨੂੰ ਯਾਦ ਰੱਖੋ, ਉਹਦੀਆਂ ਭਲਾਈਆਂ ਨੂੰ ਚੇਤੇ ਰੱਖੋ। ਅਸੀਂ ਕੀ ਦੇਖਦੇ, ਇਸਰਾਇਲੀ ਲੋਕ ਉਸ ਜਰੀਹੋ ਨੂੰ ਪਾਰ ਨਹੀਂ ਸੀ ਕਰ ਸਕਦੇ, ਉਸ ਜਰੀਹੋ ਨੂੰ ਪਾਰ ਨਹੀਂ ਸੀ ਕਰ ਸਕਦੇ। ਕਿਉਂਕਿ ਉਹਦੀ ਦੀਵਾਰ ਜਿਹੜੀ ਆ ਉਹ ਵੱਡੀ ਸੀਗੀ। ਉਹਦੀ ਦੀਵਾਰ ਜਿਹੜੀ ਆ ਉਹ ਵੱਡੀ ਹੋਣ ਦਾ ਕਰਕੇ ਉਹ ਉਸ ਉੱਤੇ ਫਤਿਹ ਨਹੀਂ ਸੀ ਪਾ ਸਕਦੇ। ਜਦੋਂ ਅਸੀਂ ਦੇਖਦੇ ਹਾਂ ਯਹੋਸ਼ੁਆ ਦੇ ਵਿੱਚ, ਯਹੋਸ਼ੁਆ ਚੈਪਟਰ 6 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕਿ ਜਰੀਹੋ ਉੱਤੇ ਫਤਿਹ ਕਿੱਦਾਂ ਪਾ ਸਕਦੇ ਆ, ਕਿਉਂਕਿ ਜਰੀਹੋ ਜਿਹੜਾ ਸ਼ਹਿਰ ਆ ਉਹਦੀਆਂ ਜਿਹੜੀਆਂ ਦੀਵਾਰਾਂ ਆ ਉਹ ਬਹੁਤ ਵੱਡੀਆਂ ਜਰੀਹੋ ਦੀਆਂ ਦੀਵਾਰਾਂ ਜਿਹੜੀਆਂ ਆ ਉਹ ਚੌੜਾਈ ਦੇ ਵਿੱਚ ਆ। ਜਰੀਹੋ ਦੀਆਂ ਦੀਵਾਰਾਂ ਜਿਹੜੀਆਂ ਆ ਉਹ ਇੱਕ ਦੀਵਾਰ ਨਹੀਂ ਸੀ, 2 ਦੀਵਾਰਾਂ ਸੀਗੀਆਂ, ਜਿਹੜੀਆਂ ਇੱਕ ਬਾਹਰਲੇ ਪਾਸੇ ਸੀ ਤਾਂ ਇੱਕ ਅੰਦਰਲੇ ਪਾਸੇ ਸੀ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਚੈਪਟਰ ਜਰੀਹੋ ਬਾਰੇ ਪੜ੍ਹਦੇ ਆ, ਯਹੋਸ਼ੁਆ ਚੈਪਟਰ 6 ਦੇ ਵਿੱਚ ਜਦੋਂ ਅਸੀਂ ਦੇਖਦੇ ਆ ਕਿ ਜਰੀਹੋ ਉੱਤੇ ਫਤਿਹ ਪਾਉਣੀ ਆ ਤਾਂ ਕੀ ਆ ਕਿ ਜਰੀਹੋ ਦੀਆਂ ਦੀਵਾਰਾਂ ਨੂੰ ਉਹਨਾਂ ਨੇ ਘੇਰ ਲਿਆ ਇਜ਼ਰਾਈਲੀਆਂ ਨੇ। ਜਦੋਂ ਇਜ਼ਰਾਈਲੀਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਦੀਵਾਰਾਂ ਜਿਹੜੀਆਂ ਉਹ ਬਹੁਤ ਚੌੜੀਆਂ ਆ। ਜਿਹੜੀਆਂ ਚੌੜੀਆਂ ਆ
ਦੀਵਾਰਾਂ ਜਿਹੜੀਆਂ ਉਹ ਸ਼ਹਿਰ ਦੇ ਬਾਹਰ ਆ, ਇੱਕ ਅੰਦਰਲੇ ਪਾਸੇ ਆ ਤੇ ਇੱਕ ਬਾਹਰਲੇ ਪਾਸੇ ਆ। ਪਰ ਅਸੀਂ ਕੀ ਦੇਖਦੇ ਆ ਕਿ ਯਹੋਸ਼ੂਆ ਦੇ ਲਈ, ਉਹ ਇਜ਼ਰਾਈਲੀਆਂ ਦੇ ਲਈ ਬਹੁਤ ਹੀ ਇੰਪੋਸੀਬਲ ਸੀ। ਕਿਉਂਕਿ ਉਹਨਾਂ ਨੇ ਦੀਵਾਰਾਂ ਨੂੰ ਬਹੁਤ ਮਜ਼ਬੂਤ ਬਣਾਇਆ ਹੋਇਆ ਸੀ। ਦੀਵਾਰਾਂ ਨੂੰ ਮਜ਼ਬੂਤ ਹੋਣ ਕਰਕੇ ਉਹ ਜਿਹੜੀਆਂ ਸੀ ਯਹੋਸ਼ੂਆ ਦੇ ਲਈ ਤੇ ਇਜ਼ਰਾਈਲੀਆਂ ਦੇ ਲਈ ਬਹੁਤ ਹੀ ਇੰਪੋਸੀਬਲ ਸੀਗੀਆਂ। ਪਰ ਇੰਪੋਸੀਬਲ ਦੀਵਾਰਾਂ ਨੂੰ ਦਰਵਾਜ਼ੇ ਜਿਹੜੇ ਸੀਗੇ ਉਹ ਬੰਦ ਹੋਏ ਸੀ, ਉਹਨਾਂ ਦਾ ਅੰਦਰ ਜਾਣਾ ਬਹੁਤ ਮੁਸ਼ਕਿਲ ਸੀਗਾ, ਉਹਨਾਂ ਦੇ ਲਈ ਇੰਪੋਸੀਬਲ ਸੀਗਾ। ਪਰ ਅੱਜ ਅਸੀਂ ਦੇਖਦੇ ਆ ਕਿ ਪਰਮੇਸ਼ਵਰ ਦੇ ਜਦੋਂ ਅਸੀਂ ਵਚਨ ਚ ਪੜ੍ਹਦੇ ਆ, ਜੋ ਯਹੋਸ਼ੂਆ ਦੇ ਲਈ ਇੰਪੋਸੀਬਲ ਸੀ, ਜੋ ਯਹੋਸ਼ੂਆ ਹੋਣੀ ਜੋ ਅੰਦਰ ਜਾ ਨਹੀਂ ਸੀ ਸਕਦੇ, ਕਿਉਂਕਿ ਇੱਕ ਅੰਦਰਲੇ ਪਾਸੇ ਦੀਵਾਰ ਸੀ, ਇੱਕ ਬਾਹਰਲੇ ਪਾਸੇ ਦੀਵਾਰ ਸੀ, ਉਹਨਾਂ ਲੋਕਾਂ ਦੇ ਲਈ ਜੋ ਇੰਪੋਸੀਬਲ ਸੀ। ਪਰ ਪਰਮੇਸ਼ਵਰ ਕਹਿੰਦਾ ਆ ਜੋ ਬੰਦ ਦਰਵਾਜ਼ੇ ਆ, ਜੋ ਡੇਡੀਆਂ ਦੀਵਾਰਾਂ ਆ, ਮੈਂ ਉਹਨਾਂ ਨੂੰ ਪੋਸੀਬਲ ਬਣਾ ਸਕਦਾ ਹੈ। ਕਿਉਂਕਿ ਪਰਮੇਸ਼ਵਰ ਦੇ ਲਈ, ਪਰਮੇਸ਼ਵਰ ਕਹਿੰਦਾ ਮੇਰੇ ਲਈ ਕੋਈ ਮੁਸ਼ਕਲ ਗੱਲ ਨਹੀਂ। ਉਹ ਯਹੋਸ਼ੂਆ ਨੂੰ ਕਹਿੰਦਾ ਯਹੋਸ਼ੂਆ ਮੈਂ ਇਹ ਸ਼ਹਿਰ ਤੈਨੂੰ ਦੇ ਦਿੱਤਾ ਆ। ਹਾਲੇਲੂਇਆ, praise the Lord। क्योंकि वचन च लिखा आ यहोशुआ ਨੂੰ ਕਹਿੰਦਾ ਕਿ ਮੈਂ ਸ਼ਹਿਰ ਜਿਹੜਾ ਆ ਤੇਰੇ ਲਈ ਦੇ ਦਿੱਤਾ। ਇਹ ਤੁਹਾਡੀ ਆਪਣੀ ਤਾਕਤ ਨਹੀਂਗੀ, ਤੁਹਾਡਾ ਕੋਈ ਬਲ ਨਹੀਂਗਾ, ਮੇਰੀ ਸਾਮਰਥ ਤੁਹਾਡੇ ਉੱਤੇ ਹੋਈ ਆ। ਯਿਸੂ ਮਸੀਹ ਕਹਿੰਦੇ ਆ ਤੁਹਾਡੇ ਵਿੱਚ ਵੀ ਕੋਈ ਤਾਕਤ ਨਹੀਂ ਕੀ, ਕੋਈ ਬਲ ਨਹੀਂਗਾ, ਮੇਰੀ ਸਾਮਰਥ ਦੇ ਨਾਲ ਤੁਸੀਂ ਸਭ ਕੁਝ ਕਰ ਸਕਦੇ। ਜਿਸ ਤਰ੍ਹਾਂ ਜਰੀਹੋ ਦੀਆਂ ਦੀਵਾਰਾਂ ਨੂੰ ਕੋਈ ਤੋੜ ਨਹੀਂ ਸੀ ਸਕਦਾ, ਪਰ ਯਿਸੂ ਮਸੀਹ ਪਰਮੇਸ਼ਰ ਕਹਿੰਦਾ ਆ ਮੇਰੇ ਬਲ ਦੇ ਨਾਲ, ਮੇਰੀ ਤਾਕਤ ਦੇ ਨਾਲ ਹਰੇਕ ਮੁਸ਼ਕਲ ਜਿਹੜੀ ਆ ਤੁਸੀਂ ਉਹਦੇ ਤੇ ਫਤਿਹ ਪਾ ਸਕਦੇ ਆ। ਸਾਨੂੰ ਸਿਰਫ ਕੀ ਆ, ਵਿਸ਼ਵਾਸ ਕਰਨ ਦੀ ਲੋੜ ਆ। ਜੋ ਵਿਸ਼ਵਾਸ ਕਰਦਾ ਆ, ਪਰਮੇਸ਼ਰ ਕਹਿੰਦਾ ਆ ਮੈਂ ਬੰਦ ਦਰਵਾਜ਼ਿਆਂ ਨੂੰ ਤੋੜਨ ਵਾਲਾ ਪਰਮੇਸ਼ਰ ਆ। ਮੈਂ ਦਰਵਾਜ਼ੇ ਜੋ ਤੁਹਾਡੇ ਲਈ ਬੰਦ ਹੋ ਗਏ ਆ, ਮੈਂ ਉਹਨਾਂ ਨੂੰ ਖੋਲਣ ਵਾਲਾ ਮੈਂ ਪਰਮੇਸ਼ਰ ਆ। ਸਿਰਫ ਤੁਹਾਨੂੰ ਵਿਸ਼ਵਾਸ ਕਰਨ ਦੀ ਲੋੜ ਆ। ਜਿਹੜਾ ਲੋਕ ਯਿਸੂ ਤੇ ਪਰਮੇਸ਼ਰ ਤੇ ਵਿਸ਼ਵਾਸ ਕਰਦਾ ਆ, ਉਹ ਕੀ ਆ, ਪਰਮੇਸ਼ਰ ਦੇ ਅਜੀਬ ਤੇ ਅਨੋਖੇ ਕੰਮਾਂ ਨੂੰ ਦੇਖਦਾ ਆ। ਜਦੋਂ ਪਰਮੇਸ਼ਰ ਉਹਨਾਂ ਤੇ ਕੰਮ ਕਰਦਾ ਆ, ਜਦੋਂ ਅਸੀਂ ਦੇਖਦੇ ਆ ਕਿ ਜੋ ਦੀਵਾਰ ਜਿਹੜੀ ਸੀ ਉਹ ਟੁੱਟਣ ਵਾਲੀ ਨਹੀਂ ਸੀਗੀ, ਜੋ ਦੀਵਾਰ ਜਿਹੜੀ ਆ ਉਹ ਟੁੱਟਣ ਵਾਲੀ ਨਹੀਂ। ਪਰ ਕੀ ਆ, ਜਦੋਂ ਅਸੀਂ ਇਬਰਾਨੀਆਂ ਦੇ ਵਿੱਚ ਦੇਖਦੇ ਆ, ਇਬਰਾਨੀਆਂ ਦੀ 11:30 ਦੇ ਵਿੱਚ ਜਦੋਂ ਦੇਖਦੇ ਆ, ਜਦੋਂ ਅਸੀਂ ਵਿਸ਼ਵਾਸ ਕਰਦੇ ਆ, ਆਪਣੇ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਆ, ਤਾਂ ਉਹ ਜਿਹੜੀ ਆ ਜਰੀਹੋ ਦੀ ਦੀਵਾਰ ਜਿਹੜੀ ਉਹ ਟੁੱਟ ਗਈ। ਜਰੀਹੋ ਦੀ ਦੀਵਾਰ ਜਿਹੜੀ ਟੁੱਟ ਗਈ। ਕਿਉਂਕਿ ਯਹੋਸ਼ੂਆ ਨੇ ਪਰਮੇਸ਼ਰ ਉਤੇ ਈਮਾਨ ਲਿਆਂਦਾ, ਯਹੋਸ਼ੂਆ ਨੇ ਪਰਮੇਸ਼ਰ ਉਤੇ ਵਿਸ਼ਵਾਸ ਕੀਤਾ। ਕਿਉਂਕਿ ਪਰਮੇਸ਼ਰ ਕਹਿੰਦਾ ਜਿਹੜਾ ਮੇਰੇ ਤੇ ਵਿਸ਼ਵਾਸ ਕਰੂਗਾ ਮੈਂ ਉਹਦੇ ਬੰਦ ਦਰਵਾਜ਼ਿਆਂ ਨੂੰ, ਦੀਵਾਰਾਂ ਨੂੰ ਤੋੜ ਦਊਂਗਾ। ਪਰ ਯਹੋਸ਼ੂਆ ਨੇ ਉਹਦੇ ਤੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ। ਜਦੋਂ ਅਸੀਂ ਵਿਸ਼ਵਾਸ ਕਰਦੇ ਆ, ਪਰਮੇਸ਼ਰ ਕਹਿੰਦਾ ਮੇਰੀ ਸਾਮਰਥ ਤੁਹਾਡੇ ਉੱਤੇ ਆ ਜਾਂਦੀ ਆ, ਮੇਰਾ ਅਨੁਗ੍ਰਹ ਤੁਹਾਡੇ ਉੱਤੇ ਆ ਜਾਂਦਾ ਆ। ਜੋ ਤੁਹਾਡੀਆਂ ਮੁਸ਼ਕਲਾਂ, ਜੋ ਤੁਹਾਡੀਆਂ ਪਰੇਸ਼ਾਨੀਆਂ, ਮੈਂ ਉਹਨਾਂ ਨੂੰ ਆਜ਼ਾਦ ਕਰ ਦਿੰਦਾ। ਪਰ ਜਦੋਂ ਅਸੀਂ ਵਿਸ਼ਵਾਸ ਆਪਣੇ ਯਿਸੂ ਮਸੀਹ ਤੇ ਕਰਾਂਗੇ, ਜਦੋਂ ਆਪਣੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਾਂਗੇ, ਤਾਂ ਸਾਡੇ ਲਈ ਸਭ ਕੁਝ ਅਸੰਭਵ ਹੋ ਸਕਦਾ, ਸਭ ਕੁਝ ਸਾਡੇ ਲਈ ਹੋ ਸਕਦਾ ਹੈ। ਉਹਨਾਂ ਦੇ ਲਈ ਦੀਵਾਰਾਂ ਤੋੜਨੀਆਂ ਬਹੁਤ ਮੁਸ਼ਕਲ ਸੀ। ਪਰ ਅਸੀਂ ਦੇਖਦੇ ਆ ਕਿ ਜਦੋਂ ਪਰਮੇਸ਼ਰ ਤੇ ਅਸੀਂ ਵਿਸ਼ਵਾਸ ਕਰਦੇ ਆ ਤਾਂ ਮੌਜੂਦੇ ਹੁੰਦੇ ਆ। ਪਰਮੇਸ਼ਰ ਨੇ ਯਹੋਵਾ ਨੂੰ ਕਿਹਾ, ਪਰਮੇਸ਼ਰ ਨੇ ਯਹੋਸ਼ੂਆ ਨੂੰ ਕਿਹਾ ਕਿ ਮੈਂ ਇਹ ਜਿਹੜਾ ਜਰੀਹੋ ਆ ਤੇਰੇ ਹੱਥਾਂ ਦੇ ਵਿੱਚ ਦੇ ਦਿੱਤਾ, ਤੂੰ ਵਿਸ਼ਵਾਸ ਕਰ। ਜੇ ਅੱਜ ਸਾਡੇ ਵਿੱਚ ਕੋਈ ਪਰੇਸ਼ਾਨੀ ਆ, ਕੋਈ ਅਸੀਂ ਦੁੱਖਾਂ ਵਿੱਚ ਆ, ਪਰੇਸ਼ਾਨੀਆਂ ਵਿੱਚ ਆ, ਯਿਸੂ ਮਸੀਹ ਕਹਿੰਦਾ ਕਿ ਮੈਂ ਤੁਹਾਡੇ ਉਹਨਾਂ ਦੁੱਖਾਂ ਤੋਂ ਤੁਹਾਨੂੰ ਆਜ਼ਾਦ ਕਰ ਦੂੰਗਾ, ਪਰੇਸ਼ਾਨੀਆਂ ਨੂੰ ਆਜ਼ਾਦ ਕਰ ਦੂੰਗਾ। ਉਹ ਯਹੋਸ਼ੂਆ ਨੂੰ ਕਹਿੰਦਾ ਆ ਮੈਂ ਇਸ ਦੀਵਾਰ ਨੂੰ, ਇਹਨਾਂ ਦੀਵਾਰ ਨੂੰ ਹਟਾਉਣ ਵਾਲਾ ਮੈਂ ਪਰਮੇਸ਼ਰ ਆ। ਤੁਸੀਂ ਯਹੋਸ਼ੂਆ ਇੱਕ ਕੰਮ ਕਰਨਾ ਆ ਕਿ ਤੁਸੀਂ ਆਪਣੇ ਲੋਕਾਂ ਨੂੰ ਲੈ ਕੇ ਇਸ ਜਰੀਹੋ ਦੇ ਉੱਤੇ ਹਰ ਰੋਜ਼
ਤੁਸੀਂ ਗੇੜੇ ਲਾਉਣੇ ਆ, ਚੱਕਰ ਲਾਉਣਾ ਆ। ਪਰ ਕਈ ਵੇਲੇ ਅਸੀਂ ਕੀ ਕਰਦੇ ਆ, ਉਹਨਾਂ ਨੇ ਕਿਹਾ ਕਿ ਤੁਸੀਂ 6 ਦਿਨ ਰੋਜ਼ ਇੱਕ ਚੱਕਰ ਲਗਾਉਣਾ ਆ। ਪਰ ਜਦੋਂ 7ਵਾਂ ਦਿਨ ਆਏਗਾ ਤਾਂ ਤੁਸੀਂ ਕੀ ਕਰਨਾ ਆ, 7 ਵਾਰੀ ਜਰੀਹੋ ਦੇ ਚੱਕਰ ਲਾਉਣੇ ਆ। ਪਰ ਅਸੀਂ ਕਈ ਵੇਲੇ ਕੀ ਕਰਦੇ ਆ, ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਤੁਸੀਂ ਚੱਕਰ ਲਗਾਉਣਾ ਆ ਪਰ ਆਪਣੇ ਮੂੰਹੋਂ ਕੁਛ ਨਹੀਂ ਕਰਨਾ। ਕਿਉਂਕਿ ਉਹ ਬੁੜਬੁੜਾਉਂਦੇ ਰਹਿੰਦੇ ਸੀ। ਜਦੋਂ ਵੀ ਪਰਮੇਸ਼ਵਰ ਉਹਨਾਂ ਤੇ ਕੰਮ ਕਰਦਾ ਸੀ, ਉਸ ਤੋਂ ਬਾਅਦ ਜਦੋਂ ਉਹਨਾਂ ਤੇ ਮੁਸ਼ਕਲ ਆਉਂਦੀ ਸੀ ਉਹ ਬੁੜਬੁੜਾਉਂਦੇ ਸੀ। ਪਰ ਅਸੀਂ ਇੱਥੇ ਦੇਖਦੇ ਹਾਂ ਯਹੋਸ਼ੂਆ ਦੇ ਵਿੱਚ ਚੈਪਟਰ 6 ਦੇ ਵਿੱਚ ਪਰਮੇਸ਼ਵਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਚੱਕਰ ਲਾਉਣੇ, ਰੋਜ਼ ਇੱਕ ਚੱਕਰ ਲਾਉਣਾ ਆ। 7ਵੇਂ ਦਿਨ ਤੁਸੀਂ 7 ਚੱਕਰ ਲਾਉਣੇ ਆ। ਪਰ ਪਰਮੇਸ਼ਵਰ ਕਹਿੰਦਾ ਕਿ ਤੁਸੀਂ ਬੋਲਣਾ ਨਹੀਂਗਾ, ਤੁਸੀਂ ਕੁਛ ਵੀ ਕਹਿਣਾ ਨਹੀਂ। ਅੱਜ ਅਸੀਂ ਦੇਖਦੇ ਆ, ਅੱਜ ਕੀ ਦੇਖਦੇ ਆ, ਜੇ ਲੋਕ ਜਿਹੜੇ ਆ ਜਦੋਂ ਪਰਮੇਸ਼ਵਰ ਦੇ ਕੋਲੋਂ ਇੱਕ ਵਾਰੀ ਮੰਗਦੇ ਆ ਤੇ ਨਹੀਂ ਮਿਲਦਾ, ਜਦੋਂ ਦੂਸਰੀ ਵਾਰੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਆ ਨਹੀਂ ਮਿਲਦਾ, ਜਦੋਂ ਤੀਸਰੀ ਵਾਰੀ ਪ੍ਰਾਰਥਨਾ ਕਰਦੇ ਆ ਨਹੀਂ ਮਿਲਦਾ, ਤਾਂ ਕੀ ਕਰਦੇ ਆ, ਉਹ ਕਹਿ ਦਿੰਦੇ ਸਾਡੀ ਤਾਂ ਪਰਮੇਸ਼ਵਰ ਸੁਣਦਾ ਹੀ ਨਹੀਂਗਾ, ਪਰਮੇਸ਼ਵਰ ਸਾਡੀ ਸੁਣਦਾ ਨਹੀਂਗਾ, ਅਸੀਂ ਪਰਮੇਸ਼ਵਰ ਮਗਰ ਕਿਉਂ ਚਲੀਏ। ਪਰ ਸਾਨੂੰ ਸਬਰ ਰੱਖਣਾ ਚਾਹੀਦਾ। ਸਾਨੂੰ ਆਪਣੀਆਂ ਮੁਸ਼ਕਲਾਂ ਦੇ ਵਿੱਚ, ਆਪਣੀਆਂ ਪਰੇਸ਼ਾਨੀਆਂ ਵਿੱਚ ਸਾਨੂੰ ਸਬਰ ਰੱਖਣਾ ਚਾਹੀਦਾ, ਕਿਉਂਕਿ ਦੁਸ਼ਮਣ ਜਿਹੜਾ ਆ ਉਹ ਸਿਰਫ ਸਾਡੇ ਵਿਸ਼ਵਾਸ ਨੂੰ ਖੋਣਾ ਚਾਹੁੰਦਾ ਆ। ਦੁਸ਼ਮਣ ਸਾਡਾ ਸ਼ੈਤਾਨ ਆ, ਉਹ ਸਾਡੇ ਵਿਸ਼ਵਾਸ ਨੂੰ ਘਾਤ ਕਰਨਾ ਚਾਹੁੰਦਾ ਆ। ਮੈਂ ਰੋਜ਼ ਹੀ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ, ਰੋਜ਼ ਹੀ ਮੈਂ ਦੁਆ ਕਰਦਾ ਆ, ਮੇਰੀ ਤਾਂ ਪਰਮੇਸ਼ਰ ਸੁਣਦਾ ਨਹੀਂ। ਸਾਨੂੰ ਇੱਕ ਸਮਾਂ ਆ ਸਾਡੇ ਲਈ ਚੁੱਪ ਰਹਿਣ ਦਾ, ਇੱਕ ਸਮਾਂ ਆ ਸਾਡੇ ਲਈ ਪਰਮੇਸ਼ਰ ਦੀ ਹਮਦ ਔਰ ਸਤਾਇਸ਼ ਕਰਨ ਦਾ। ਜਿਸ ਤਰ੍ਹਾਂ ਪਰਮੇਸ਼ਰ ਨੇ ਯਹੋਸ਼ੂਆ ਨੂੰ ਕਿਹਾ, ਯਹੋਸ਼ੂਆ ਤੁਸੀਂ ਹਰ ਰੋਜ਼ ਇੱਕ ਚੱਕਰ ਲਾਉਣਾ ਆ, ਪਰ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਕੁਛ ਨਹੀਂ ਬੋਲਣਾ। ਇਸੇ ਤਰ੍ਹਾਂ ਇੱਕ ਸਮਾਂ ਆ ਉਹਨਾਂ ਦੇ ਕੋਲ ਚੁੱਪ ਰਹਿਣ ਦਾ। ਪਰਮੇਸ਼ਰ ਨੇ 6 ਦਿਨ ਉਹਨਾਂ ਨੂੰ ਕਿਹਾ ਕਿ ਤੁਸੀਂ ਚੱਕਰ ਲਾਉਣਾ ਆ। 7ਵੇਂ ਦਿਨ ਮੈਂ ਤੁਹਾਨੂੰ ਫਤਿਹ ਦੇਵਾਂਗਾ ਔਰ ਤੁਸੀਂ ਮੇਰੀ ਪ੍ਰਸ਼ੰਸਾ ਕਰਨੀ, ਆਰਾਧਨਾ ਕਰਨੀ। ਇਸੇ ਤਰ੍ਹਾਂ ਅਸੀਂ ਵੀ ਲੋਕ ਜੋ ਹੈ, ਅਸੀਂ ਲੋਕ ਜਿਹੜੇ ਆ, ਜੇ ਅਸੀਂ ਧੀਰਜ ਰੱਖੀਏ, ਜੇ ਅਸੀਂ ਧੀਰਜ ਦੇ ਨਾਲ ਆਪਣੇ ਪਰਮੇਸ਼ਰ ਦੇ ਹੁਕਮਾਂ ਦੇ ਮੁਤਾਬਕ ਚੱਲੀਏ, ਤਾਂ ਪਰਮੇਸ਼ਰ ਕਹਿੰਦਾ ਮੈਂ ਆਪਣੀ ਸਾਮਰਥ ਦੇ ਨਾਲ ਤੁਹਾਨੂੰ ਫਤਿਹਮੰਦ ਦੇ ਨਾਲ ਆਪਣੇ ਹੱਥਾਂ ਦੇ ਨਾਲ ਸੰਭਾਲ ਕੇ ਰੱਖਾਂਗਾ। ਲੋਕਾਂ ਨੇ ਪਰਮੇਸ਼ਰ ਦੀ ਉਸ ਯਹੋਸ਼ੂਆ ਨੇ ਜੋ ਵੀ ਉਸ ਨੂੰ ਕਿਹਾ, ਉਸ ਨੂੰ ਜੋ ਵੀ ਕਿਹਾ ਉਸਨੇ ਲਿਸਨ ਕੀਤੀ, ਉਹਨਾਂ ਦੀ ਸੁਣੀ ਔਰ 6 ਦਿਨ ਉਹਨਾਂ ਨੇ ਚੱਕਰ ਲਗਾਏ। ਜਦੋਂ 6 ਦਿਨ ਚੱਕਰ ਲਗਾਏ ਤਾਂ ਕੀ ਹੁੰਦਾ, 7ਵੇਂ ਦਿਨ ਉਹ ਜਿਹੜੀ ਦੀਵਾਰ ਜਿਹੜੀ ਸੀਗੀ ਉਹ ਟੁੱਟ ਗਈ, ਦੀਵਾਰ ਟੁੱਟ ਗਈ। ਸੋ ਪਰਮੇਸ਼ਰ ਨੇ ਕਿਹਾ ਕਿ ਨਰਸਿੰਗੇ ਦੇ ਨਾਲ ਹਮਦ ਕਰੋ, ਸਿਤਾਇਸ਼ ਕਰੋ, ਮੇਰੀ ਵਡਿਆਈ ਕਰੋ, ਹਾਲੇਲੂਇਆ ਦੇ ਨਾਰੇ ਲਗਾਏ ਗਏ। ਕਿਉਂਕਿ ਪਰਮੇਸ਼ਰ ਜੋ ਜਰੀਹੋ ਦੀ ਦੀਵਾਰ ਸੀਗੀ ਉਹ ਕਿਸੇ ਹਥਿਆਰਾਂ ਦੇ ਨਾਲ ਟੁੱਟਣ ਵਾਲੀ ਨਹੀਂ ਸੀਗੀ। ਇੱਕ ਪਰਮੇਸ਼ਰ ਦੇ ਹਮਦ ਔਰ ਸਿਤਾਇਸ਼ ਦੇ ਨਾਲ ਉਹ ਜਰੀਹੋ ਦੀ ਦੀਵਾਰ ਜਿਹੜੀ ਟਹਿ ਗਈ। ਪਰਮੇਸ਼ਰ ਦੀ ਹਮਦ ਔਰ ਸਿਤਾਇਸ਼ ਦੇ ਨਾਲ ਉਹ ਜਰੀਹੋ ਦੀਆਂ ਕੰਧਾਂ ਜਿਹੜੀਆਂ ਟੁੱਟ ਗਈਆਂ। ਇਸੇ ਤਰ੍ਹਾਂ ਅਸੀਂ ਜਦੋਂ ਆਪਣੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਆ, ਪਰਮੇਸ਼ਰ ਉੱਤੇ ਯਕੀਨ ਕਰਦੇ ਆ, ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡੀਆਂ ਜਿਹੜੀਆਂ ਮੁਸ਼ਕਿਲਾਂ ਆ, ਦੀਵਾਰਾਂ ਜਿਹੜੀਆਂ, ਮੈਂ ਉਹਨਾਂ ਨੂੰ ਢਾਉਣ ਵਾਲਾ ਪਰਮੇਸ਼ਰ ਆ। ਅਸੀਂ ਆਪਣੇ ਪਰਮੇਸ਼ਰ ਨੂੰ ਕਹੀਏ ਕਿ ਪਰਮੇਸ਼ਰ ਸਾਨੂੰ ਦੱਸ ਅਸੀਂ ਕਦੋਂ ਚੁੱਪ ਰਹੀਏ, ਪਰਮੇਸ਼ਰ ਸਾਨੂੰ ਦੱਸ ਅਸੀਂ ਕਦੋਂ ਚੁੱਪ ਰਹੀਏ। ਪਰਮੇਸ਼ਰ ਨੇ ਯਹੋਸ਼ੂਆ ਨੂੰ ਕਿਹਾ ਕਿ ਯਹੋਸ਼ੂਆ ਤੂੰ ਆਪਣੇ ਲੋਕਾਂ ਨੂੰ ਕਹਿ ਕਿ 6 ਦਿਨ ਜਦੋਂ ਗੇੜਾ ਕੱਢਣਾ ਆ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਲਫ਼ਜ਼ ਨਾ ਨਿਕਲੇ। ਜਦੋਂ ਅਸੀਂ ਵੀ ਆਪਣੇ ਪਰਮੇਸ਼ਰ ਨੂੰ ਕਹੀਏ, ਹੇ ਪਰਮੇਸ਼ਰ ਸਾਨੂੰ ਦੱਸ ਕਿ ਅਸੀਂ ਕਦੋਂ ਚੁੱਪ ਰਹੀਏ, ਅਸੀਂ ਤੇਰੀ ਇੰਤਜ਼ਾਰ ਕਰਦੇ ਆ। ਜਿਹੜਾ ਧੀਰਜ ਕਰਦਾ ਆ ਉਹ ਪਰਮੇਸ਼ਰ ਤੈਨੂੰ ਪਾ ਲੈਂਦਾ ਆ। ਪਰਮੇਸ਼ਰ ਕਹਿੰਦਾ ਆ ਮੈਂ ਆਪਣੀ ਸ਼ਕਤੀ ਨੂੰ ਬਹਾਵਾਂਗਾ, ਆਪਣੀ ਤਾਕਤ ਨੂੰ ਬਹਾਵਾਂਗਾ। ਉਹ ਜਿਹੜੀ ਤਾਕਤ ਆ, ਜਿਹੜੀ ਪਾਵਰ ਹੈ, ਜਿਹੜੀ ਸ਼ਕਤੀ
ਕੀਤੀ ਆ ਉਹਦੇ ਨਾਲ ਹੀ ਦੀਵਾਰਾਂ ਜਿਹੜੀਆਂ ਟੁੱਟ ਗਈਆਂ, ਉਹਦੇ ਨਾਲ ਹੀ ਪਰਮੇਸ਼ਰ ਦੇ ਲੋਕਾਂ ਨੂੰ ਮੁਕਤੀ ਮਿਲੀ, ਉਹਦੇ ਨਾਲ ਹੀ ਪਰਮੇਸ਼ਰ ਦੇ ਲੋਕਾਂ ਨੂੰ ਆਨੰਦ ਮਿਲਿਆ। ਜਦੋਂ ਅਸੀਂ ਆਪਣੀ ਈਮਾਨ ਨੂੰ ਮਜ਼ਬੂਤ ਰੱਖਾਂਗੇ, ਆਪਣੀ ਈਮਾਨ ਨੂੰ ਤਕੜਿਆ ਰੱਖਾਂਗੇ, ਆਪਣੀ ਈਮਾਨ ਨੂੰ ਆਪਣੇ ਪਰਮੇਸ਼ਰ ਉੱਤੇ ਰੱਖਾਂਗੇ। ਪਰਮੇਸ਼ਰ ਕਹਿੰਦਾ ਜਿਹੜਾ ਈਮਾਨ ਕਰਦਾ ਆ ਮੈਂ ਉਹਦੇ ਤੇ ਆਪਣੀ ਦਿਆਲਗੀ ਨੂੰ ਉੰਡੇਲਦਾ ਆ। ਈਮਾਨ ਨੂੰ ਸਾਨੂੰ ਛੱਡਣਾ ਨਹੀਂ ਚਾਹੀਦਾ, ਈਮਾਨ ਦੇ ਵਿੱਚ ਸਾਨੂੰ ਤਕੜੇ ਰਹਿਣਾ ਚਾਹੀਦਾ ਆ। ਸਾਨੂੰ ਲਗਾਤਾਰ ਆਪਣੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ। ਪਰਮੇਸ਼ਰ ਲਗਾਤਾਰ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਹਰ ਸ਼ਾਮ ਆਪਣੇ ਪਰਮੇਸ਼ਰ ਦੇ ਅੱਗੇ ਗੋਡੇ ਨਿਭਾ ਕੇ ਪ੍ਰਾਰਥਨਾ ਕਰਨੀ ਚਾਹੀਦੀ ਆ। ਪਰਮੇਸ਼ਰ ਨੂੰ ਕਹਿਣਾ ਚਾਹੀਦਾ ਪਰਮੇਸ਼ਰ ਮੈਂ ਸਦਾ ਤੇਰੇ ਅੱਗੇ ਪ੍ਰਾਰਥਨਾ ਕਰਦਾ ਰਹਾਂਗਾ, ਮੈਂ ਤੈਨੂੰ ਤੱਕਾਂਗਾ। ਕਿਉਂਕਿ ਤੇਰੇ ਵਿੱਚ ਹੀ ਮੇਰੀ ਮਹਿਮਾ ਆ। ਜਦ ਤੂੰ ਮੇਰੇ ਉੱਤੇ ਪ੍ਰਗਟ ਹੋਵੇਂਗਾ, ਮੇਰੀਆਂ ਜੋ ਜੰਜੀਰਾਂ, ਜੋ ਮੈਨੂੰ ਜਕੜਿਆ ਹੋਇਆ ਜੰਜੀਰਾਂ ਨੇ, ਮੈਂ ਉਸ ਤੋਂ ਆਜ਼ਾਦ ਹੋ ਜਾਵਾਂਗਾ। ਇਹ ਜਰੀਹੋ ਦੀ ਦੀਵਾਰਾਂ ਜਿਹੜੀਆਂ ਸੀ ਇਹ ਯਹੋਸ਼ੂਆ ਕੋਲੋਂ ਟਹਿ ਨਹੀਂ ਸੀ ਸਕਦੀਆਂ। ਯਹੋਸ਼ੂਆ ਨੇ ਲੱਖਾਂ ਲੋਕ ਜੋ ਸੀ ਉਹਦੇ ਨਾਲ, ਉਹ ਟਹਿ ਨਹੀਂ ਸੀ ਸਕਦੀਆਂ। ਪਰ ਇਹ ਜਰੀਹੋ ਦੀਆਂ ਦੀਵਾਰਾਂ ਜਿਹੜੀਆਂ ਉਹ ਇਸ ਕਰਕੇ ਟਾਈਆਂ ਗਈਆਂ ਜਦੋਂ ਉਹਨਾਂ ਨੇ ਪਰਮੇਸ਼ਰ ਨੂੰ ਪੁਕਾਰਿਆ, ਹਾਲੇਲੂਇਆ ਦੇ ਨਾਰੇ ਲਗਾਏ। ਉਹ ਜੋ ਜਰੀਹੋ ਦੀਆਂ ਦੀਵਾਰਾਂ ਸੀ ਉਹ ਟਹਿ ਪਈਆਂ। ਜਦੋਂ ਲੋਕ ਜਰੀਹੋ ਦੇ ਅੱਗੇ 7 ਚੱਕਰ ਲਗਾਉਂਦੇ ਹੋਣਗੇ ਤੇ ਜਰੀਹੋ ਦੀਆਂ ਦੀਵਾਰਾਂ ਜੋ ਵੱਡੀਆਂ ਸੀਗੀਆਂ ਉਹਨਾਂ ਉੱਤੇ ਲੋਕੀ ਖੜੇ ਹੋਣਗੇ ਜਰੀਹੋ ਦੇ, ਔਰ ਉਹਨਾਂ ਲੋਕਾਂ ਵੱਲੋਂ ਦੇਖਦੇ ਹੋਣਗੇ ਕਿ ਇਹ ਬੋਲਦੇ ਨਹੀਂ, ਕੁਝ ਕਰਦੇ ਨਹੀਂਗੇ। ਉਹ ਆਪਣੀ ਤਾਕਤ ਉੱਤੇ ਕਮੰਡ ਕਰਦੇ ਹੋਣਗੇ, ਆਪਣੀ ਤਾਕਤ ਉੱਤੇ ਗਰੂਰ ਕਰਦੇ ਹੋਣਗੇ ਕਿ ਇਹ ਲੋਕ ਆਏ ਆ ਜੋ ਜਰੀਹੋ ਦੀਆਂ ਦੀਵਾਰਾਂ ਨੂੰ ਟੋੜ ਲਈ। ਉਹਨਾਂ ਤੇ ਮਜ਼ਾਕ ਕਰਦੇ ਹੋਣਗੇ, ਜੋ ਦੀਵਾਰਾਂ ਉੱਤੇ ਖੜੇ ਹੋਣਗੇ ਉਹਨਾਂ ਦਾ ਠੱਠਾ ਕਰਦੇ ਹੋਣਗੇ। ਉਹ ਕਹਿੰਦੇ ਹੋਣਗੇ ਇਹ ਲੋਕ ਆਏ ਆ ਦੀਵਾਰਾਂ ਨੂੰ ਟੋੜ ਲਈ, ਉਹਨਾਂ ਦਾ ਮਜ਼ਾਕ ਕਰਦੇ ਹੋਣਗੇ। ਪਰ ਉਹ ਚੁੱਪਚਾਪ ਪਰਮੇਸ਼ਰ ਦੀ ਉਸ ਆਵਾਜ਼ ਨੂੰ, ਜੋ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਬੋਲਣਾ ਨਹੀਂਗਾ, ਤੁਸੀਂ ਬਸ ਗੇੜੇ ਕੱਢਣੇ ਆ। ਲੋਕ ਰੋਜ਼ ਜਦੋਂ ਗੇੜੇ ਕੱਢਣ ਆਉਂਦੇ ਹੋਣਗੇ ਦੀਵਾਰਾਂ ਉੱਤੇ ਖੜੇ ਹੋ ਕੇ ਉਹਨਾਂ ਦਾ ਠੱਠਾ ਕਰਦੇ ਹੋਣਗੇ, ਉਹਨਾਂ ਦਾ ਮਜ਼ਾਕ ਕਰਦੇ ਹੋਣਗੇ। ਇਸੇ ਤਰ੍ਹਾਂ ਅੱਜ ਕੱਲ ਲੋਕ ਜੋ ਆ ਜਦੋਂ ਪਰਮੇਸ਼ਰ ਦੀ ਆਰਾਧਨਾ ਕਰਦੇ ਆ, ਪਰਮੇਸ਼ਰ ਦੀ ਸਤੁਤੀ ਕਰਦੇ ਆ, ਲੋਕ ਪਰਮੇਸ਼ਰ ਦੇ ਲੋਕਾਂ ਦਾ ਠੱਠਾ ਕਰਦੇ ਆ। ਪਰ ਇੱਕ ਸਮਾਂ ਆ ਸਾਨੂੰ ਉਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ। ਸਾਨੂੰ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਆ। ਤੇ ਪਰਮੇਸ਼ਰ ਕਹਿੰਦਾ ਆ ਕਿ ਇੱਕ ਸਮਾਂ ਆ ਚੁੱਪ ਰਹਿਣ ਦਾ, ਔਰ ਇੱਕ ਸਮਾਂ ਆ ਪਰਮੇਸ਼ਰ ਦੀ ਹਮਦ ਔਰ ਸਤਾਇਸ਼ ਔਰ ਨਾਰੇ ਲਾਉਣ ਦਾ। ਇਸੇ ਤਰ੍ਹਾਂ 6 ਦਿਨ ਜਦੋਂ ਉਹ ਚੁੱਪ ਰਹੇ ਸੀ, ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਣਗੇ, ਲੋਕ ਉਹਨਾਂ ਦੀ ਖਿੱਲੀ ਉਡਾਉਂਦੇ ਹੋਣਗੇ, ਪਰ ਉਹ ਚੁੱਪਚਾਪ ਆਪਣੇ ਪਰਮੇਸ਼ਰ ਦੇ ਹੁਕਮ ਦੇ ਮੁਤਾਬਕ ਤੁਰੇ ਜਾਂਦੇ ਆ। 7ਵੇਂ ਦਿਨ ਜਦੋਂ ਜਰੀਹੋ ਦੀਆਂ ਦੀਵਾਰਾਂ ਠਹਿ ਗਈਆਂ ਤੇ ਯਹੋਸ਼ੂਆ ਜਿਹੜਾ ਆ ਉਸ ਸ਼ਹਿਰ ਦੇ ਉੱਤੇ ਅੱਗ ਦੇ ਨਾਲ ਭਸਮ ਹੋ ਜਾਂਦੇ ਆ। ਪਰਮੇਸ਼ਰ ਕਹਿੰਦਾ ਆ ਜਿਹੜੇ ਲੋਕ ਆ ਤੁਹਾਡਾ ਠੱਠਾ ਉਡਾਉਣਗੇ, ਮੈਂ ਉਹਨਾਂ ਤੋਂ ਬਦਲਾ ਲੈਣ ਵਾਲਾ ਪਰਮੇਸ਼ਰ ਆ। ਮੈਂ ਉਹਨਾਂ ਤੋਂ ਬਦਲਾ ਲੈਣ ਵਾਲਾ ਤੁਹਾਡਾ ਪਰਮੇਸ਼ਰ ਆ। ਜੋ ਜਰੀਹੋ ਸ਼ਹਿਰ ਸੀ ਉਹ ਸਭ ਅੱਗ ਦੇ ਨਾਲ ਤਬਾਹ ਕੀਤਾ ਗਿਆ, ਸਭ ਅੱਗ ਦੇ ਨਾਲ ਬਰਬਾਦ ਕੀਤਾ ਗਿਆ। ਸਿਰਫ ਜਿਸ ਨੇ ਚੇਤੇ ਰੱਖਿਆ ਯਹੋਵਾ ਦੇ ਕੰਮਾਂ ਨੂੰ, ਜਿਸ ਨੇ ਚੇਤੇ ਰੱਖਿਆ ਯਹੋਵਾ ਦੇ ਕੰਮਾਂ ਨੂੰ, ਉਹ ਬਚਾਏਗੀ। ਰਾਹਾਬ ਬੇਸਵਾ ਜਿਸ ਨੂੰ ਪਰਮੇਸ਼ਰ ਨੇ ਬਚਾ ਲਿਆ, ਉਹਦੇ ਵਾਅਦਿਆਂ ਨੂੰ ਯਾਦ ਰੱਖਿਆ। ਉਹ ਜੋ ਦੋ ਜਸੂਸ ਗਏ ਸੀਗੇ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਇੱਕ ਨਿਸ਼ਾਨ ਦੇ। ਅਸੀਂ ਦੇਖਦੇ ਕਿਰਮਚੀ ਡੋਰੀ ਜੋ ਰਾਹਾਬ ਦੇ ਘਰ ਉੱਤੇ ਲਟਕਦੀ ਸੀ, ਸਿਰਫ ਉਹ ਘਰ ਨਹੀਂ ਤਬਾਹ ਹੋਇਆ, ਨਹੀਂ
ਅੱਗ ਦੇ ਨਾਲ ਸਾੜਿਆ ਗਿਆ। ਕਿਉਂਕਿ ਸਾਨੂੰ ਆਪਣੇ ਪਰਮੇਸ਼ਰ ਦੇ ਵਾਅਦਿਆਂ ਨੂੰ ਯਾਦ ਰੱਖਣਾ ਚਾਹੀਦਾ। ਜਿਸ ਤਰ੍ਹਾਂ 16 ਪਹਿਲਾ ਇਤਿਹਾਸ ਚੈਪਟਰ 16 ਉਹਦੀ ਜਦੋਂ ਅਸੀਂ 12 ਆਇਤ ਦੇ ਵਿੱਚ ਦੇਖਦੇ ਆ, ਉਹਦੇ ਅਚਰਜ ਕੰਮਾਂ ਨੂੰ ਜਿਹੜੇ ਉਸਨੇ ਕੀਤੇ ਚੇਤੇ ਰੱਖੋ। ਸਾਨੂੰ ਉਹਦੇ ਅਚਰਜ ਕੰਮਾਂ ਨੂੰ ਯਾਦ ਰੱਖਣਾ ਚਾਹੀਦਾ। ਸਾਨੂੰ ਇਸਰਾਏਲੀਆਂ ਦੀ ਤਰ੍ਹਾਂ ਬੁੜਬੁੜਾਉਣਾ ਨਹੀਂ ਚਾਹੀਦਾ। ਸਾਨੂੰ ਆਪਣੇ ਪਰਮੇਸ਼ਰ ਦੇ ਕੰਮਾਂ ਨੂੰ ਯਾਦ ਰੱਖਣਾ ਚਾਹੀਦਾ, ਚੇਤੇ ਰੱਖਣਾ ਚਾਹੀਦਾ ਔਰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ। ਜਦੋਂ ਅਸੀਂ ਆਪਣੇ ਪਰਮੇਸ਼ਰ ਤੇ ਵਿਸ਼ਵਾਸ ਕਰਾਂਗੇ ਤਾਂ ਪਰਮੇਸ਼ਰ ਕਹਿੰਦਾ ਆ, ਮੈਂ ਤੁਹਾਡੇ ਤੇ ਜੋ ਆਪਣੀ ਯੋਜਨਾ ਬਣਾਈ ਹੋਈ ਆ, ਜੋ ਮੈਂ ਆਪਣੀ ਯੋਜਨਾ ਤੁਹਾਡੇ ਉੱਤੇ ਰੱਖੀ ਹੋਈ ਆ, ਮੈਂ ਉਸ ਕੰਮਾਂ ਨੂੰ ਬਿਆਨ ਕਰਾਂਗਾ। ਰਾਹਾਬ ਬੇਸਵਾ ਨੂੰ ਪਰਮੇਸ਼ਰ ਨੇ ਇਸ ਕਰਕੇ ਬਣਾਇਆ ਕਿਉਂਕਿ ਉਸਨੇ ਪਰਮੇਸ਼ਰ ਦੇ ਲੋਕਾਂ ਨੂੰ ਆਪਣੇ ਘਰ ਜਗ੍ਹਾ ਦਿੱਤੀ ਸੀ ਔਰ ਚੇਤੇ ਰੱਖਿਆ ਹੋਇਆ ਸੀ ਕਿ ਪਰਮੇਸ਼ਰ ਨੇ ਤੁਹਾਡੇ ਲਈ ਅਜੀਬ ਤੇ ਅਨੋਖੇ ਕੰਮ ਕੀਤੇ ਆ। ਸੋ ਇਸੇ ਤਰ੍ਹਾਂ ਸਾਡੇ ਪਰਮੇਸ਼ਰ ਨੇ ਸਾਡੇ ਲਈ ਅਜੀਬ ਤੇ ਅਨੋਖੇ ਕੰਮ ਕੀਤੇ ਹੋਏ ਆ। ਅੱਜ ਸਾਨੂੰ ਮੌਕਾ ਮਿਲਿਆ ਹੋਇਆ ਆ ਕਿ ਅਸੀਂ ਆਪਣੇ ਪਰਮੇਸ਼ਰ ਦੇ ਉਸ ਵਾਅਦਿਆਂ ਨੂੰ ਯਾਦ ਰੱਖੀਏ ਜਿਹਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਤੇ ਕੁਰਬਾਨ ਕਰ ਦਿੱਤਾ। ਸਾਡੇ ਲਈ ਉਹਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ। ਅਸੀਂ ਉਹਦਾ ਧੰਨਵਾਦ ਕਰੀਏ, ਉਸ ਪ੍ਰੇਮ ਨੂੰ ਅਸੀਂ ਚੇਤੇ ਰੱਖੀਏ ਜੋ ਸਾਡੇ ਲਈ ਸੂਲੀ ਤੇ ਚੜ ਗਿਆ, ਸੂਲੀ ਤੇ ਕੁਰਬਾਨ ਹੋ ਗਿਆ। ਉਹਦੇ ਵਾਅਦਿਆਂ ਨੂੰ ਯਾਦ ਰੱਖੀਏ, ਉਹਦੇ ਵਾਅਦਿਆਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਆ। ਸਾਡੇ ਪਾਪ ਗਮ ਵਧੀਆ ਚੁੱਕ ਲਈਆਂ, ਜੋ ਅਪਰਾਧ ਸੀਗੇ ਉਹ ਚੁੱਕ ਲੈ ਸਾਨੂੰ ਯਾਦ ਰੱਖਣਾ ਚਾਹੀਦਾ ਆ। ਪਰ ਕੀ ਆ, ਅਸੀਂ ਧੀਰਜ ਦੇ ਨਾਲ ਜਦੋਂ ਰਾਹਾਬ ਜਿਹੜੀ ਆ ਧੀਰਜ ਦੇ ਨਾਲ ਇੰਤਜ਼ਾਰ ਕਰ ਰਹੀ ਆ। ਰਾਹਾਬ ਜਿਹੜੀ ਆ ਉਹ ਧੀਰਜ ਦੇ ਨਾਲ ਉਸ ਦਿਨ ਦੀ ਇੰਤਜ਼ਾਰ ਕਰ ਰਹੀ ਆ। ਉਹ ਜਸੂਸਾਂ ਨੂੰ ਕਹਿੰਦੀ ਆ ਕਿ ਜਰੀਹੋ ਸ਼ਹਿਰ ਜਿਹੜਾ ਆ ਤੁਹਾਨੂੰ ਦੇ ਦਿੱਤਾ ਗਿਆ ਆ। ਇਸੇ ਤਰ੍ਹਾਂ ਜਦੋਂ ਜਰੀਹੋ ਸ਼ਹਿਰ ਦੇ ਵਿੱਚ ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ 6 ਚੱਕਰ ਲਾਉਣੇ ਆ ਜਰੀਹੋ ਸ਼ਹਿਰ ਦੇ ਵਿੱਚ, ਜੋ ਪਹਿਲੇ ਦਿਨ ਹੀ ਦੀਵਾਰ ਨੂੰ ਡਿੱਗੀ ਨੂੰ ਦੇਖਦੇ ਤਾਂ ਸ਼ਾਇਦ ਉਹ ਸੋਚਦੇ ਕਿ ਇਹ ਛੇਤੀ ਡਿੱਗ ਜਾਣੀ ਆ। ਸ਼ਾਇਦ ਪਹਿਲੇ ਦਿਨ ਹੀ ਜਰੀਹੋ ਦੀ ਦੀਵਾਰ ਨੂੰ ਦੇਖਦੇ ਤਾਂ ਹੌਲੀ ਹੌਲੀ ਉਹਨਾਂ ਦੀ ਹੋ ਜਾਂਦਾ ਕਿ ਹਾਂ ਅੱਜ ਡਿੱਗ ਗਈ ਆ, ਤੇ 7ਵੇਂ ਦਿਨ ਉਹ ਇੰਨਾ ਵਿਸ਼ਵਾਸ ਨਾ ਕਰਦੇ। ਪਰ ਪਰਮੇਸ਼ਰ ਨੇ 6 ਦਿਨ ਉਹਨਾਂ ਦੀ ਦੀਵਾਰ ਡਿੱਗਣ ਨੂੰ ਪਹਿਲੇ ਦਿਨ ਹੀ ਡਿੱਗ ਸਕਦੀ ਸੀ, ਪਰ ਪਰਮੇਸ਼ਰ ਉਹਨਾਂ ਦੀ ਧੀਰਜ ਨੂੰ ਦੇਖਦਾ ਸੀ। ਪਰਮੇਸ਼ਰ ਉਹਨਾਂ ਦੀ ਧੀਰਜ ਨੂੰ ਦੇਖਦਾ ਸੀ ਕਿ ਜੋ ਮੈਂ ਇਹਨਾਂ ਦੇ ਹੁਕਮ ਠਹਿਰਾਇਆ ਆ ਕਿ ਤੁਸੀਂ ਚੁੱਪ ਰਹਿਣਾ ਆ, ਉਹਨਾਂ ਦੀ ਧੀਰਜੀ ਨੂੰ ਦੇਖਦਾ ਸੀਗਾ। ਸੋ ਇਸ ਕਰਕੇ ਦੀਵਾਰ ਜਿਹੜੀ ਆ 7ਵੇਂ ਦਿਨ ਗਿਰਾਈ ਗਈ। ਇਸੇ ਤਰ੍ਹਾਂ ਨਮਾਨ ਕੋੜੀ ਜਿਹੜਾ ਸੀਗਾ ਉਸਨੂੰ ਅਲੀਸ਼ਾ ਕਹਿੰਦਾ ਆ ਕਿ ਜਾ ਜਰਦਨ ਦੇ ਵਿੱਚ ਜਾ ਕੇ 7 ਚੁੱਭੀਆਂ ਮਾਰ ਤੇ 7 ਚੁੱਭੀਆਂ ਮਾਰ। ਪਰ ਨਿਆਮ ਜਿਹੜਾ ਆ ਜੇ ਉਹ ਪਹਿਲੀ ਹੀ ਚੁੱਭੀ ਦੇ ਉੱਤੇ ਆਪਣੀ ਸਕਿਨ ਨੂੰ ਦੇਖਦਾ ਆ, ਪਰ ਕੀ ਹੁੰਦਾ ਆ ਕਿ ਉਹ ਪਹਿਲੀ ਵਾਰੀ ਉਹ ਦੇਖਦਾ ਹੋਵੇਗਾ, ਦੂਸਰੀ ਵਾਰੀ ਦੇਖਦਾ ਹੋਵੇਗਾ। ਜਿਸ ਤਰ੍ਹਾਂ ਜਰੀਹੋ ਦੇ ਲੋਕ ਜਿਹੜੇ ਆ ਉਹ ਪਹਿਲੀ ਵਾਰੀ ਦੀਵਾਰ ਨੂੰ ਦੇਖਦੇ ਹੋਣਗੇ, ਦੂਜੀ ਵਾਰੀ ਦੇਖਦੇ ਹੋਣਗੇ, ਪਰ ਕੀ ਆ ਪਰਮੇਸ਼ਰ ਉਹਨਾਂ ਦੀ ਧੀਰਜੀ ਨੂੰ ਦੇਖ ਰਿਹਾ ਸੀ, ਉਹਨਾਂ ਦੀ ਧੀਰਜ ਨੂੰ ਦੇਖ ਰਿਹਾ ਸੀ ਕਿ ਹਾਂ ਇਹ 6 ਦਿਨ ਮੇਰੇ ਹੁਕਮ ਦੀ ਪਾਲਣਾ ਕਰਦੇ ਆ। ਸੋ ਇਸ ਕਰਕੇ ਇਸੇ ਤਰ੍ਹਾਂ ਨਿਆਮ ਜਿਹੜਾ ਸੀਗਾ, ਨਿਆਮ ਨੂੰ ਅਲੀਸ਼ਾ ਕਹਿੰਦਾ ਆ ਜਾ ਕੇ 7 ਚੁੱਭੀਆਂ ਮਾਰ। ਜੇ ਨਿਆਮ ਪਹਿਲੇ ਹੀ ਚੁੱਭੀ ਤੇ ਪਰਮੇਸ਼ਰ ਉਹਨੂੰ ਠੀਕ ਕਰ ਸਕਦਾ ਸੀ, ਪਰ ਉਹਨੂੰ 7ਵੀਂ ਚੁੱਭੀ ਤੇ ਜਦੋਂ ਉਹਨੇ ਦੇਖਿਆ ਕਿ ਮੈਂ ਚੰਗਾ ਹੋ ਗਿਆ, ਉਹਨੂੰ ਪਹਿਲੀ ਚੁੱਭੀ ਤੇ ਨਹੀਂ, ਪਹਿਲੀ ਚੁੱਭੀ ਤੇ ਦੇਖਦਾ ਹੋਵੇਗਾ, ਦੂਸਰੀ ਤੇ ਦੇਖਦਾ ਹੋਵੇਗਾ, 7ਵੀਂ ਚੁੱਭੀ ਦੇ ਉੱਤੇ ਪਰਮੇਸ਼ਰ ਨੇ ਆਪਣੇ ਜ਼ਲਾਲ ਨੂੰ ਉਸ ਉੱਤੇ
ਪ੍ਰਗਟ ਕੀਤਾ। ਸੋ ਉਹਦਾ ਇੱਕ ਸਰੀਰ ਬੱਚੇ ਵਰਗਾ ਬਣ ਗਿਆ, ਬੱਚੇ ਦੇ ਸਰੀਰ ਵਰਗਾ ਬਣ ਗਿਆ। ਉਹ ਜੋ ਉਹਦੇ ਤੇ ਕੋੜ ਸੀ ਉਹ ਜਾਂਦਾ ਰਿਹਾ। ਪਰਮੇਸ਼ਰ ਸਾਡੀ ਧੀਰਜੀ ਨੂੰ ਦੇਖਦਾ ਆ। ਪਰਮੇਸ਼ਰ ਕਹਿੰਦਾ ਮੈਂ ਤੁਹਾਡੀ ਨਿਸ਼ਚਾ ਨੂੰ ਦੇਖਦਾ ਆ ਕਿ ਤੁਸੀਂ ਮੇਰੇ ਧੀਰਜ ਦੇ ਉੱਤੇ ਈਮਾਨ ਲਾ ਕੇ ਰੱਖਿਆ ਹੋਇਆ ਆ, ਜਿਹੜਾ ਉਹਦੇ ਤੇ ਧੀਰਜ ਕਰਦਾ ਆ। ਪਰਮੇਸ਼ਰ ਕਹਿੰਦਾ ਮੇਰੇ ਤੋਂ ਆਸ਼ੀਸ਼ ਤੇ ਬਰਕਤ ਲੈ ਲੈਂਦਾ। ਸੰਤ ਪੌਲਸ ਵੀ ਕਹਿੰਦਾ ਆ ਪੁਰਾਣੇ ਨੇਮ ਦੇ ਵਿੱਚ ਜੋ ਲੋਕ ਸੀਗੇ, ਜਿੰਨੇ ਪਰਮੇਸ਼ਰ ਦੇ ਲੋਕ ਸੀ, ਉਹ ਵਿਸ਼ਵਾਸ ਕਰਦੇ ਸੀ, ਧੀਰਜ ਕਰਦੇ ਸੀਗੇ। ਤਾਂ ਪਰਮੇਸ਼ਰ ਕਹਿੰਦਾ ਜਿਹੜਾ ਧੀਰਜ ਕਰਦਾ ਉਹ ਮੇਰੇ ਕੋਲ ਬਰਕਤ ਲੈ ਲੈਂਦਾ ਆ, ਆਸ਼ੀਸ਼ ਲੈ ਲੈਂਦਾ ਆ। ਪੁਰਾਣੇ ਨੇਮ ਦੇ ਵਿੱਚ ਅਸੀਂ ਦੇਖਦੇ ਆ ਨਿਸ਼ਚਾ ਦੇ ਨਾਲ, ਸਬਰ ਦੇ ਨਾਲ, ਧੀਰਜ ਦੇ ਨਾਲ ਵਾਅਦਿਆਂ ਨੂੰ ਉਹ ਲੈਂਦੇ ਸੀਗੇ। ਇਬਰਾਨੀਆਂ ਵਿੱਚ ਜਦੋਂ ਅਸੀਂ ਦੇਖਦੇ ਆ ਚੈਪਟਰ 6 ਦੇ ਉਹਦੀ 12 ਵਿੱਚ ਦੇਖਦੇ ਆ ਕਿ ਪੁੱਤਰ ਲੈਣ ਲਈ 25 ਸਾਲ ਲੰਮਾ ਸਫ਼ਰ ਇੰਤਜ਼ਾਰ ਕੀਤਾ ਅਬਰਾਹਮ ਨੇ 25 ਸਾਲ ਇੰਤਜ਼ਾਰ ਕੀਤਾ, ਜੋ ਕਿ ਪਰਮੇਸ਼ਰ ਨੇ ਉਹਦੀ ਧੀਰਜ ਨੂੰ ਦੇਖਿਆ। ਅਬਰਾਹਮ ਲਈ ਬੇਲੋੜਾ ਜਿਹਾ ਲੱਗਦਾ ਸੀਗਾ, ਪਰ ਪਰਮੇਸ਼ਰ ਕੀ ਕਰ ਰਿਹਾ ਸੀਗਾ 25 ਸਾਲ ਦੇ ਵਿੱਚ ਉਹ ਦੇਖ ਰਿਹਾ ਸੀਗਾ। ਉਹ ਪਰਮੇਸ਼ਰ ਉਹਨੂੰ ਸਾਰਿਆਂ ਕੌਮਾਂ ਦਾ ਪਿਤਾ ਬਣਾ ਰਿਹਾ ਸੀ। 25 ਸਾਲ ਉਹਨੇ ਧੀਰਜ ਕੀਤਾ। 25 ਸਾਲ ਉਹਨੇ ਜਦੋਂ ਧੀਰਜ ਕੀਤਾ, ਉਸਨੂੰ ਉਹ ਨੇਸ਼ਨ ਪਿਤਾ, ਕੌਮਾਂ ਦਾ ਪਿਤਾ ਬਣਾ ਰਿਹਾ ਸੀਗਾ। ਧੀਰਜੀ ਦੇ ਨਾਲ ਜਦੋਂ ਅਸੀਂ ਆਪਣੇ ਪਰਮੇਸ਼ਰ ਉੱਤੇ ਨਿਸ਼ਚਾ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ, ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡੀ ਧੀਰਜ ਨੂੰ ਦੇਖਦਾ ਹਾਂ, ਜਿਸ ਤਰ੍ਹਾਂ ਉਹਨੇ ਅਬਰਾਹਮ ਦੀ ਧੀਰਜ ਨੂੰ ਦੇਖਿਆ। 25 ਸਾਲ ਬਾਅਦ ਪਰ ਇੰਤਜ਼ਾਰ ਕੀਤਾ ਔਰ ਉਸਨੂੰ ਕੌਮਾਂ ਦਾ ਪਿਤਾ ਕਿਹਾ ਗਿਆ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਹਾਂ। ਯੂਸਫ ਦੀ ਜ਼ਿੰਦਗੀ ਨੂੰ ਜੇ ਅਸੀਂ ਦੇਖ ਲਈਏ, ਯੂਸਫ ਦੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਦੇਖਦੇ ਆ, ਯੂਸਫ ਦੀ ਜ਼ਿੰਦਗੀ ਦੇ ਵਿੱਚ ਉਹ ਗੁਲਾਮ ਬਣਿਆ, ਇੱਕ ਗੁਲਾਮੀ ਦੇ ਰੂਪ ਵਿੱਚ ਉਹ ਇੰਤਜ਼ਾਰ ਕਰ ਰਿਹਾ ਸੀ। ਉਹ ਜੇਲ੍ਹ 'ਚ ਗਿਆ, ਉਹ ਇੰਤਜ਼ਾਰ ਕਰ ਰਿਹਾ ਸੀ। ਫਿਰ ਵੀ ਉਸਨੂੰ ਦੋਸ਼ੀ ਦੇ ਰੂਪ ਵਿੱਚ ਅਸੀਂ ਦੇਖਦੇ, ਉਹਨੂੰ ਦੋਸ਼ੀ ਕਰਕੇ ਉਹ ਜੇਲ੍ਹ ਵਿੱਚ ਗਿਆ। ਪਰ ਪਰਮੇਸ਼ਰ ਨੇ ਉਸਦੇ ਲਈ ਇੱਕ ਜੋ ਪਿਤਾ ਦਾ ਇੱਕ ਲਾਡਲਾ ਪੁੱਤਰ ਸੀਗਾ, ਉਹ ਜੋ ਦੋਸ਼ੀ ਦੇ ਰੂਪ ਦੇ ਵਿੱਚ ਉਹ ਜੇਲ੍ਹ 'ਚ ਗਿਆ। ਫਿਰ ਅਸੀਂ ਦੇਖਦੇ ਉਹਨੂੰ ਇਸਰਾਇਲੀਆਂ ਦਾ ਛੁਡਾਉਣ ਵਾਲਾ ਬਣਾ ਦਿੱਤਾ। ਉਹਨੂੰ ਮਿਸਰ ਦੇ ਵਿੱਚ ਉਹਨੂੰ ਮੁਕਤੀ ਦੇ ਰੂਪ ਵਿੱਚ ਉਹਨੂੰ ਬਦਲਾ ਦਿੱਤਾ। ਮੁਕਤੀ ਦੇ ਰੂਪ ਦੇ ਵਿੱਚ, ਕਿਉਂ ਮੁਕਤੀ ਦੇ ਰੂਪ ਵਿੱਚ? ਉਸਨੂੰ ਇੱਕ ਰਾਜਾ ਬਣਾ ਦਿੱਤਾ। ਉਹ ਰਾਜ ਕਰਨ ਲੱਗ ਪਿਆ। ਉਸ ਦੇ ਰਾਜ ਦੇ ਵਿੱਚ ਖਾਣਾ ਨਹੀਂ ਖਤਮ ਹੋਇਆ, ਕਿਉਂ? ਕਾਲ ਪੈ ਗਿਆ। ਅਸੀਂ ਦੇਖਦੇ ਆ ਉਹਨੂੰ ਮੁਕਤੀ ਵਾਲਾ ਬਣਾ ਦਿੱਤਾ, ਮੁਕਤੀ ਦੇ ਰੂਪ ਦੇ ਵਿੱਚ ਬਦਲ ਦਿੱਤਾ। ਉਹਨੇ ਧੀਰਜ ਰੱਖਿਆ, ਜੇਲ੍ਹ ਵਿੱਚ ਜਾ ਕੇ ਵੀ ਉਹ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦਾ ਰਿਹਾ। ਗੁਲਾਮ ਦੇ ਰੂਪ ਵਿੱਚ ਵੀ ਉਹ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦਾ ਰਿਹਾ। ਅਸੀਂ ਯੂਸਫ ਦੀ ਕਹਾਣੀ ਵਿੱਚ ਦੇਖਦੇ ਹਾਂ ਕਿ ਯੂਸਫ ਨੂੰ ਰਾਜਾ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨੂੰ ਜੋ ਗਰਮ ਮਜਾਜ ਸੀਗਾ, ਉਹਨੂੰ ਜੰਗਲ ਦੇ ਵਿੱਚ ਲੈ ਗਿਆ। ਜਦੋਂ ਜੰਗਲ ਦੇ ਵਿੱਚ ਲੈ ਗਿਆ, ਉਹਨੂੰ ਹਲੀਮ ਬਣਾ ਦਿੱਤਾ, ਉਹਨੂੰ ਦੀਨ ਬਣਾ ਦਿੱਤਾ। ਉਹ ਬਦਲ ਗਿਆ ਔਰ ਉਹ ਪਰਮੇਸ਼ਰ ਦੇ ਹੱਥਾਂ ਦੇ ਵਿੱਚ, ਜਦੋਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਗਿਆ ਤਾਂ ਇੱਕ ਉਹ ਹਲੀਮ ਬਣ ਗਿਆ, ਦੀਨ ਬਣ ਗਿਆ, ਜੋ ਸੀਗਾ ਗਰਮ ਮਜਾਜ ਦਾ ਸੀਗਾ। ਸੋ ਇਸ ਤਰ੍ਹਾਂ ਸਾਨੂੰ ਧੀਰਜ ਰੱਖਣਾ ਚਾਹੀਦਾ। ਜਦੋਂ ਅਸੀਂ ਆਪਣੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਾਂ, ਪਰਮੇਸ਼ਰ ਉੱਤੇ ਯਕੀਨ ਰੱਖਦੇ ਹਾਂ, ਤਾਂ ਉਹੀ ਹੈ ਜੋ ਤੁਹਾਡੇ ਮਨੋਰਥਾਂ ਨੂੰ ਪੂਰਾ ਕਰਦਾ, ਉਹੀ ਹੈ ਜੋ ਤੁਹਾਡੀਆਂ ਖੁਸ਼ੀਆਂ ਨੂੰ ਪੂਰਾ ਕਰਦਾ, ਉਹੀ ਹੈ ਜੋ ਕਮਜ਼ੋਰ ਹੋ ਜਾਂਦੇ ਆ, ਅਸੀਂ ਬੁਝਦਿਲ ਹੋ ਜਾਂਦੇ ਆ। ਉਹ ਕਹਿੰਦਾ ਮੈਂ ਤੁਹਾਡੀਆਂ ਕਮਜ਼ੋਰੀਆਂ ਦੇ ਵਿੱਚ ਤੁਹਾਨੂੰ ਬਲ ਦੇਣ ਵਾਲਾ ਪਰਮੇਸ਼ਰ ਆ। ਜਿੱਦਾਂ ਅਬਰਾਹਮ ਜਿਹੜਾ ਆ, ਉਹਨੇ ਇੰਤਜ਼ਾਰ ਕੀਤਾ, ਉਹਨੂੰ ਕੌਮਾਂ ਦਾ ਪਿਤਾ ਕਿਹਾ ਗਿਆ। ਮੂਸਾ ਨੂੰ ਜੋ ਗਰਮ ਮਜਾਜ ਵਾਲਾ ਸੀ, ਗੁੱਸੇ ਵਾਲਾ ਸੀਗਾ, ਉਸਨੂੰ ਇਸ ਤਰ੍ਹਾਂ ਦਾ ਇਨਸਾਨ ਬਣਾ ਦਿੱਤਾ, ਇੱਕ ਦੀਨ ਬਣਾ ਦਿੱਤਾ, ਉਸ ਹਲੀਮ ਬਣਾ
बना दिता, वो अपने लोगों ਨੂੰ छुड़ा के लेके आया गुलामी दे विचों। इसी तरह जे जो पिता दा लाडला पुत्र सी यूसुफ, वो गुलामी विच रहा। जे ਅਸੀਂ ਅੱਜ ਧੀਰਜ ਦੇ ਨਾਲ, ਨਿਸ਼ਚਾ ਦੇ ਨਾਲ, ਉਮੀਦ ਦੇ ਨਾਲ ਅਸੀਂ ਆਪਣੇ ਪਰਮੇਸ਼ਰ ਨੂੰ ਪੁਕਾਰੀਏ ਤਾਂ ਪਰਮੇਸ਼ਰ ਕਹਿੰਦਾ मैं तुहाड़ियां दुआवां नूं सुनन वाला परमेश्वर आ। पर परमेश्वर ते सानू भरोसा रख के इंतजार करन दी लोड़ आ। परमेश्वर दे वचन च लिखिया कि वो हरेक दरवाजे नूं जो बंद हो जाते जो बंद आ दरवाजे, वो खोलण वाला परमेश्वर आ। परमेश्वर कहंदा जो दरवाजे बंद हो गए आ, मैं उन्हां नूं खोलण वाला परमेश्वर आ। सिर्फ मेरे ते भरोसा रखो, मेरे ते विश्वास रखो, मेरे ते धीरज रखो, मेरे ते विश्वास निश्चय रखो कि मैं तुहाडा परमेश्वर आ। पौलुस ने कहा आ कि पुराने नेम विच जिन्ने लोग आ वो परमेश्वर ते यकीन करते सी, भरोसा रखते सी। ओहदे वायदे नूं जे असीं लै लईए तां असीं की होवांगे, असीं निश्चय दे नाल सबर ते धीरजी ते ओहदे वायदियां दे नाल चलांगे, क्योंकि परमेश्वर साडा सर्व शक्तिमान आ, दयालु ते कृपालु आ। यीशु मसीह सब कुछ साडा जानदा आ। यीशु मसीह ज़्यादा देर नहीं करदा जदों असीं प्रार्थना करदे आ। अज वो कहंदा आ कि मैं तुहाडे भविख नूं जानदा आ, तुहाडे आउण वाले समय नूं जानदा आ। सिर्फ मेरे वायदियां नूं याद रखो। जदों तुसीं चेते रखोगे कि मेरा पुत्र जिहड़ा आ जो मैं अपनी कलवरी दे उत्ते तुहाडे लई बहा दिता, तुहाडे पाप, तुहाडे गम, तुहाडीआं वधियां, तुहाडीआं बदकारियां उसने चुक लईआं। ते जदों तुसीं याद करदे आ, जे तुहाडे ते मुश्किलां आ, परेशानियां आ, गम आ, जदों तुसीं जो तुसीं मेरे पुत्र ते विश्वास करोगे तां मैं तुहाडे बंद दरवाजिਆਂ ਨੂੰ खोलण वाला परमेश्वर आ। सिर्फ मेरे ते धीरज ही रखो। तुहाडे जिहड़े सारे भविख आउण वाले समय आ, जो तुहाडे भविख आ, उन्हां दे दरवाजिਆਂ ਦੀਆਂ बंद दरवाजिਆਂ ਦੀਆਂ ਚਾਬੀਆਂ मेरे कोल आ। पर तुसी बंद दरवाजिਆਂ ਦੀਆਂ ਚਾਬੀਆਂ मेरे कोल आ। सिर्फ मेरे वायदे नूं चेते रखो। ਜਦੋਂ ਅਸੀਂ ਆਪਣੇ ਵਾਅਦੇ, ਆਪਣੇ ਪਰਮੇਸ਼ਰ ਦੇ ਵਾਅਦਿਆਂ ਨੂੰ ਚੇਤੇ ਰੱਖਾਂਗੇ, ਉਹਦੇ ਕੰਮਾਂ ਨੂੰ ਯਾਦ ਰੱਖਾਂਗੇ ਜੋ ਉਹਨੇ ਕੀਤੇ ਆ, ਅਸੀਂ ਜਦੋਂ ਯਾਦ ਰੱਖਾਂਗੇ, ਜੋ ਰਾਹਾਬ ਦੀ ਜ਼ਿੰਦਗੀ ਨੂੰ, ਰਾਹਾਬ ਦੇ ਪਰਿਵਾਰ ਨੂੰ बदल सकता है, राहाब दे परिवार नूं बचा सकता है, वो साडे परिवारां नूं भी बचा सकता। सिर्फ असीं याद की रखना है, साडे परमेश्वर ने अपने पुत्र नूं साडे लई भेज दिता, साडे पापां लई भेज दिता, साडीआं बदियां दे लई भेज दिता। सिर्फ सानूं याद करन दी लोड़ आ, ਉਹਦੇ ਮਨੋਰਥਾਂ ਨੂੰ याद करन दी लोड़ आ। साडे परमेश्वर दे उन्हां वायदिਆਂ ਨੂੰ ਚੇਤੇ ਕਰਨ ਦੀ ਲੋੜ ਆ। ਜਦੋਂ ਅਸੀਂ ਉਹਦੇ ਵਾਅਦਿਆਂ ਨੂੰ ਚੇਤੇ ਕਰਦੇ ਆ, ਸਭ ਪਰਮੇਸ਼ਰ ਸਾਡੇ ਤੋਂ ਪ੍ਰਸੰਨ ਹੁੰਦਾ। ਔਰ ਧੀਰਜੀ ਦੇ ਨਾਲ, ਉਮੀਦ ਦੇ ਨਾਲ, ਉਹ ਨਿਸ਼ਚਾ ਦੇ ਨਾਲ ਉਹਨੂੰ ਸਾਨੂੰ ਤੱਕਦੇ ਰਹਿਣਾ ਚਾਹੀਦਾ। ਜਦੋਂ ਅਸੀਂ ਤੱਕਾਂਗੇ ਤਾਂ ਜਿਸ ਤਰ੍ਹਾਂ अब्राहम ते परमेश्वर ने निगाह की, जोसफ ते निगाह की, मूसा ते निगाह की, इसी तरह वो कहना धीरजी दे नाल, उम्मीद दे नाल मैनू तकदे रहो। जिहड़ा मैनू तकदा आ वो मैनू पा लैंदा आ। प्रेज़ द लॉर्ड, हालेलुया। सो सानू हमेशा अपने परमेश्वर उत्ते साडे परमेश्वर उत्ते हमेशा निश्चा, धीरजी, उम्मीद दे नाल रहना चाहिए है। ਜਦੋਂ ਅਸੀਂ ਉਮੀਦ ਦੇ ਨਾਲ ਆਪਣੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਾਂਗੇ ਤਾਂ ਪਰਮੇਸ਼ਰ ਕਹਿੰਦਾ ਮੈਂ ਧੀਰਜ ਜਿਹੜਾ ਰੱਖਦਾ ਆ, ਵਿਸ਼ਵਾਸ ਕਰਦਾ, ਮੈਂ ਉਹਦੇ ਦਿਲ ਨੂੰ ਜਾਣਦਾ ਆ ਔਰ ਮੈਂ ਉਹਦੇ ਕੰਮਾਂ ਦੇ ਵਿੱਚ ਬਰਕਤ ਪਾਵਾਂਗਾ, ਉਹਦੇ ਪਰਿਵਾਰ ਉੱਤੇ ਬਰਕਤ ਪਾਵਾਂਗਾ, ਉਹਨੂੰ ਆਸ਼ੀਸ਼ ਦੇ ਨਾਲ ਭਰ ਦਿਆਂਗਾ।
अपने यीशु दे वायदे नूं हमेशा याद रखो। उस वायदे नूं याद रखो कि मेरे पापां दे लई ओ बलिदान हो गया, मेरे पापां दे लई सूली ते चढ़ाया गया, मेरे पापां दे लई मर गया और मैनू मुक्ति देण लई मेरा परमेश्वर, मेरा यीशु इस जहान ते आ गया। हालेलुया। सानू हमेशा अपने यीशु मसीह दे उन्हां वायदियां नूं चेते रखना चाहिदा ताकि असी अपनी जिंदगी दे विच जा सकीए, उस जिंदगी दे विच जा सकीए जो साडा परमेश्वर कहंदा आ। जदों असी इस जहान तो जाइए और साडा उस पुस्तक दे विच ना होवे, असी उहदे वायदे नूं याद करिए और वो जिहड़ी बोक्या जो परमेश्वर दी बोक्या जिस विच लिखिया होया आ कि मैं तुहाडा परमेश्वर आ। जदों असी प्रकाश दी पोथी विच देखदे आ, प्रकाश दी पोथी विच लिखिया जिस विच उस बुक दे विच ना जीवन दी बुक दे विच जिस दा ना होया तो वो अग दी पट्ठी दे विच सुट्टिया जाएगा जिथे रोना ते दंदां दा पीसना आ। असी ये देखना आ, असी अपने परमेश्वर दे वायदे नूं याद रखना आ, वायदे नूं याद रखना आ। असी ये वायदे नूं याद रखना कि जदों इस जहान दे तो असी अखां नूं मीचना आ कि साडा उस जीवन दी पोथी विच ना होवेगा, कि असी उस जीवन दी पोथी विच साडे परमेश्वर ने साडा नाम लिखिया होया आ। असी इत्थे याद करदे आ, लोकां ने ओ गल सानू कह दित्ती आ, ओ गल्लां असी अपने चेते दिमाग च रखियां होईयां, ओ साडे फलाने ने सानू आ गल कह दित्ती आ, असी ओ गल्लां अपने दिल दे दिमाग दे विच ठहराईयां होईयां। सानू ओ गल्लां नू कढ के सानू ओ परमेश्वर दी हजूरी विच रहना चाहिदा आ कि परमेश्वर ने साडे लई अजीब ते अनोखे काम कीते। असी ओहदे वायदियां नू याद रखना, लोकां दी गल्लां नू याद नहीं रखना, ओ फलाने ने मैनू इदां कहता, फलाने ने मैनू इदां कहता, ओ चेते नहीं रखना। असी अपने परमेश्वर दे वचन नू चेते रखना जो साडा परमेश्वर कहंदा आ, जो मैं तुहाडीआं भलाइयां कीतियां, तुहाडे लई अपने पुत्तर नू कुर्बान कर दित्ता आ ताकि तुसी जिंदगी पाओ, चोखी पाओ, आनंद दी जिंदगी पाओ। सी आनंद दी जिंदगी पाउणी आ, चोखी जिंदगी पाउणी आ जिथे उन्हें कहा आ मैं जांदा तुहाडे लई जगह तैयार करदा आ कि असी उस जगह दे लई तैयार आ। असी ये ना चेते रखिए फलाने ने मैनू वो कहता, फलाने ने मैनू वो कहता, ओ गल्लां नू भुल जाओ। ओ गल्लां ने सानू अपने परमेश्वर दे वायदियां नू याद रखना चाहिदा। जदों असी अपने परमेश्वर दे वायदियां नू याद रखांगे, परमेश्वर कहंदा मैं तुहानू अनंत जीवन तिकर संभाल के रखांगा और परमेश्वर कहंदा मैं तुहाडा जीवन दी पोथी विच ना रखूंगा क्यों जिथे मैं हाँ उस जगह ते तुसी भी हो। हालेलुया, प्रेज द लॉर्ड, हालेलुया। तेरे नाम में चला देने पिता परमेश्वर, तू जिंदा आइए परमेश्वर दे नाम में चला देने। हालेलुया, 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 हालेलुया। प्रेज द लॉर्ड, प्रेज द लॉर्ड, प्रेज द लॉर्ड। जीसस तेरी शुक्र कर दे, तेरा धन्यवाद कर दे, तेरे नाम में चला देने।